सत श्री अकाल जी। सो ਅੱਜ ਦੀ ਅਸੀਂ ਇਸ ਵੀਡੀਓ ਵਿੱਚ ਅਸੀਂ ਸੀਡੀਪੀ ਨੂੰ ਕੰਟੀਨਿਊ ਕਰਾਂਗੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸੀਡੀਪੀ ਦਾ ਜੋ ਕੰਪਲੀਟ ਕੋਰਸ ਹੈ, ਸਾਈਕੋਲੋਜੀ ਦਾ ਜੋ ਕੰਪਲੀਟ ਕੋਰਸ ਹੈ ਉਹ ਅਸੀਂ ਕਰ ਚੁੱਕੇ ਹਾਂ ਅਤੇ ਹੁਣੇ ਸਾਡੀਆਂ ਐਮਸੀਕਿਊ ਦੀਆਂ ਕਲਾਸਿਸ ਚੱਲਦੀਆਂ ਪਈਆਂ ਨੇ, ਜਿਸ ਦੇ ਤਹਿਤ ਅਸੀਂ ਜੋ ਬੈਸਟ ਇੰਪੋਰਟੈਂਟ ਐਮਸੀਕਿਊ ਹੈ ਉਹ ਕਵਰ ਕਰ ਰਹੇ ਹਾਂ ਹਰ ਇੱਕ ਟੌਪਿਕ ਦੇ ਵਿੱਚੋਂ। ਅਤੇ ਐਮਸੀਕਿਊ ਦੀ ਇਹ ਲੜੀ ਦਾ ਸਾਡਾ ਅੱਜ ਦਾ ਚੌਥਾ ਪਾਰਟ ਹੈ। 3 ਪਾਰਟ ਇਸ ਤੋਂ ਪਹਿਲਾਂ ਹੋ ਚੁੱਕੇ ਨੇ ਅਤੇ ਆਪਣਾ ਪੂਰਾ ਸਾਈਕੋਲੋਜੀ ਜਾਂ ਸੀਡੀਪੀ ਦਾ ਕੰਪਲੀਟ ਕੋਰਸ ਵੀ 38 ਵੀਡੀਓਜ਼ ਦੇ ਵਿੱਚ ਹੋ ਚੁੱਕਾ ਹੈਗਾ। ਸੋ ਇਹ ਪੂਰੀ ਐਮਸੀਕਿਊ ਵਿਦ ਥਿਊਰੀ ਅਗਰ ਤੁਸੀਂ ਪਾਰਟ ਨਹੀਂ ਦੇਖੇ ਤਾਂ ਉੱਪਰ ਮੈਂ ਆਈ ਬਟਨ ਤੇ ਪਲੇਲਿਸਟ ਦਾ ਲਿੰਕ ਦੇ ਦਿਆਂਗਾ, ਉਹ ਤੁਸੀਂ ਦੇਖ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਇਸ ਚੈਨਲ ਦੇ ਉੱਪਰ ਇੰਗਲਿਸ਼ ਪੈਡਾਗੋਜੀ, ਈਵੀਐਸ, ਮੈਥਮੈਟਿਕਸ ਪੇਪਰ 1 ਐਂਡ ਪੇਪਰ 2 ਦੇ ਲਈ ਸੋ ਇਹ ਸਭ ਕੁਝ ਕੰਟੀਨਿਊ ਹੈ ਜੀ। ਸੋ ਉਹ ਵੀ ਅਗਰ ਤੁਸੀਂ ਪਾਰਟ ਨਹੀਂ ਦੇਖੇ ਤਾਂ ਕੁਝ ਕੁ ਮੈਂ ਲਿੰਕ ਦੇ ਦਿਆਂਗਾ ਉੱਪਰ ਆਈ ਬਟਨ ਤੇ, ਜਾਂ ਤੁਸੀਂ ਖੁਦ ਵੀ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾ ਕੇ ਦੇਖ ਸਕਦੇ ਹੋ। ਐਂਡ ਦ ਮੋਸਟ ਇੰਪੋਰਟੈਂਟ ਥਿੰਗ ਕਿ ਸਾਰੀਆਂ ਵੀਡੀਓਜ਼ ਤੁਹਾਡੇ ਲਈ ਬਿਲਕੁਲ ਫ੍ਰੀ ਆਫ ਕਾਸਟ ਨੇ। ਸੋ ਅੱਜ ਅਸੀਂ ਸਟਾਰਟ ਕਰਾਂਗੇ ਆਪਣਾ ਚੌਥਾ ਪਾਰਟ ਸੀਡੀਪੀ ਦੇ ਬੈਸਟ ਐਮਸੀਕਿਊ, ਇੰਪੋਰਟੈਂਟ ਐਮਸੀਕਿਊ ਦਾ। ਸੋ ਇਸ ਦੇ ਨਾਲ ਹੀ ਪਹਿਲਾਂ ਤਾਂ ਮੈਂ ਦੱਸ ਦਿਆਂ, ਕਿਉਂਕਿ ਕੁਝ ਕਿਉਰੀਜ਼ ਆਈਆਂ ਸੀਗੀਆਂ ਕਿ ਪਹਿਲੇ 2 ਪਾਰਟ ਦੇ ਵਿੱਚ ਹੀ ਅਸੀਂ ਟੌਪਿਕ ਵਾਈਜ਼ ਐਮਸੀਕਿਊ ਕੀਤੇ ਨੇ। ਤੁਹਾਨੂੰ ਸਭ ਨੂੰ ਪਤਾ ਹੋਊਗਾ ਇੱਕ ਦੇ ਵਿੱਚ ਲਰਨਿੰਗ ਡਿਸੇਬਿਲਿਟੀਜ਼ ਦਾ ਟੌਪਿਕ ਆ ਗਿਆ ਸੀ ਆਪਣਾ। ਸੋ ਬਿਲਕੁਲ ਟੌਪਿਕ ਵਾਈਜ਼ ਅਸੀਂ ਉਹਨਾਂ ਨੂੰ ਕਵਰ ਕੀਤਾ ਹੈਗਾ। ਬਟ ਜੋ ਲਾਸਟ ਵੀਡੀਓ ਆਪਣੀ 3rd ਐਂਡ 4th, ਇਹਦੇ ਵਿੱਚ ਮੈਂ ਰੈਂਡਮ ਐਮਸੀਕਿਊ ਚੱਕਦਾ ਪਿਆ, ਕੋਈ ਟੌਪਿਕ ਨਾਲ ਰਿਲੇਟਡ ਨਹੀਂ ਹੈਗਾ। ਹਰ ਇੱਕ ਟੌਪਿਕ ਦੇ ਵਿੱਚੋਂ ਤੁਹਾਨੂੰ ਕੁਐਸਚਨ ਮਿਲਣਗੇ, ਪਰ ਤੀਸਰੇ ਅਤੇ ਚੌਥੇ ਪਾਰਟ ਦੇ ਵਿੱਚ ਆਪਾਂ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਹਾਂ ਸਮਝੋ ਕਿ ਤੀਜੇ ਪਾਰਟ ਦੇ ਵਿੱਚ ਅਸੀਂ ਬੜਾ ਇੱਕ ਇੰਪੋਰਟੈਂਟ ਟੌਪਿਕ ਸਮਝਿਆ, ਉਹ ਸੀਗਾ ਜੀ ਐਨਸੀਐਫ ਸਪੈਸ਼ਲੀ 2005, ਜਾਂ ਕਹ ਲਓ ਐਨਸੀਐਫ ਨੂੰ ਅਸੀਂ ਸਮਝਿਆ। ਉਹਦਾ ਮੈਂ ਤੁਹਾਨੂੰ ਪ੍ਰੋਪਰ ਲਿਖਤਾ ਸੀਗਾ ਕਿਉਂਕਿ ਇਹਦੀ ਕੋਈ ਪ੍ਰੋਪਰ ਵੀਡੀਓ ਆਪਾਂ ਨਹੀਂ ਬਣਾਈ ਸੀ, ਪਰ ਐਨਸੀਐਫ ਨੂੰ ਮੈਂ ਐਮਸੀਕਿਊ ਦੀ 3rd ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਕਵਰ ਕਰਤਾ ਕਿਉਂਕਿ ਬਹੁਤ ਇੰਪੋਰਟੈਂਟ ਟੌਪਿਕ ਹੈ ਵੀ ਪੇਪਰ ਦੇ ਹਿਸਾਬ ਨਾਲ। ਸੋ ਇਸ ਦੇ ਨਾਲ ਹੀ ਆਪਾਂ ਜੋ ਚੌਥੀ ਵੀਡੀਓ ਅੱਜ ਦੀ, ਇਹਦੇ ਵਿੱਚ ਅਸੀਂ ਦੇਖੋ ਕੀ ਕਵਰ ਕਰਾਂਗੇ। ਜੋ ਮੋਸਟ ਇੰਪੋਰਟੈਂਟ ਹੈ ਉਹ ਹੈਗੀਆਂ ਜੀ ਫੁੱਲ ਫਾਰਮਸ, ਕਿਉਂਕਿ ਪਿਛਲੇ ਅਗਰ ਤੁਸੀਂ ਕਈ ਸਾਲਾਂ ਦੇ ਪੇਪਰ ਉਠਾ ਕੇ ਦੇਖੋ ਤਾਂ ਸੀਡੀਪੀ ਦੇ ਵਿੱਚ ਵੀ ਈਵਨ ਸਬਜੈਕਟ ਪੈਡਾਗੋਜੀ ਨੂੰ ਮਿਲਾ ਕੇ 2 ਤੋਂ 3 ਕੁਐਸਚਨ ਸਿੱਧੇ ਫੁੱਲ ਫਾਰਮ ਦੇ ਆਪਾਂ ਨੂੰ ਪੁੱਛੇ ਜਾ ਰਹੇ ਆ। ਸੋ ਜਿੰਨੀਆਂ ਵੀ ਸਾਰੀਆਂ ਸਬਜੈਕਟ ਪੈਡਾਗੋਜੀ ਜਾਂ ਸੀਡੀਪੀ ਦੀਆਂ ਫੁੱਲ ਫਾਰਮਸ ਨੇ ਉਹ ਸਾਰੀਆਂ ਅਸੀਂ ਇੱਥੇ ਡਿਸਕਸ ਕਰਾਂਗੇ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਫੁੱਲ ਫਾਰਮ ਕਰਾਂਗੇ। ਲਾਸਟ ਕਲਾਸ ਦੇ ਵਿੱਚ ਆਪਾਂ ਐਮਸੀਕਿਊ ਦੇ ਨਾਲ ਐਨਸੀਐਫ ਸਮਝਿਆ। ਸੋ ਦੋਨੇ ਇੰਪੋਰਟੈਂਟ ਚੀਜ਼ਾਂ ਨੇ। ਸੋ ਪਹਿਲੇ 2 ਪਾਰਟ ਦੇ ਵਿੱਚ ਅਸੀਂ ਇਦਾਂ ਕਰਿਆ ਕਰਾਂਗੇ ਜੀ ਕਿ ਟੌਪਿਕ ਰਿਲੇਟਡ ਕੁਐਸਚਨ ਹੋਇਆ ਕਰਨਗੇ। ਫਿਰ ਅਗਲੇ 2 ਪਾਰਟ ਜਿਵੇਂ ਤੀਜਾ ਤੇ ਚੌਥਾ ਹੋ ਗਏ, ਇਹਦੇ ਵਿੱਚ ਰੈਂਡਮ ਅਸੀਂ ਐਮਸੀਕਿਊ ਲਵਾਂਗੇ, ਪਲੱਸ ਨਾਲ ਕੋਈ ਇੱਕ ਇੰਪੋਰਟੈਂਟ ਟੌਪਿਕ, ਛੋਟੇ ਟੌਪਿਕ, ਸਬ ਟੌਪਿਕ, ਇੰਪੋਰਟੈਂਟ ਟੌਪਿਕ ਜ਼ਰੂਰ ਕਵਰ ਕਰਾਂਗੇ, ਜਿਸ ਤਰੀਕੇ ਨਾਲ ਅੱਜ ਅਸੀਂ ਫੁੱਲ ਫਾਰਮ ਕਰਾਂਗੇ। ਇਸ ਤੋਂ ਬਾਅਦ ਜੋ ਤੁਹਾਡਾ 5ਵਾਂ ਤੇ 6ਵਾਂ ਪਾਰਟ ਆਏਗਾ ਉਹ ਫਿਰ ਕਿਸੇ ਟੌਪਿਕ ਨਾਲ, ਕਿਸੇ ਇੰਪੋਰਟੈਂਟ ਟੌਪਿਕ ਨਾਲ ਲਿੰਕ ਉਹਦੇ ਵਿੱਚ ਐਮਸੀਕਿਊ ਹੋਣਗੇ। 7ਵੇਂ ਤੇ 8ਵੇਂ ਪਾਰਟ ਦੇ ਵਿੱਚ ਫਿਰ ਆਪਾਂ ਕੋਈ ਇਦਾਂ ਦਾ ਸਬ ਟੌਪਿਕ ਲਵਾਂਗੇ ਤਾਂ ਕਿ ਕੋਈ ਵੀ ਇਦਾਂ ਦਾ ਟੌਪਿਕ ਪੇਪਰ ਤੱਕ ਆਪਣਾ ਬਚੇ ਨਾ ਜੋ ਅਸੀਂ ਨਾ ਕਵਰ ਕੀਤਾ ਹੋਵੇ। ਬਾਕੀ ਤੁਸੀਂ ਆਪਣੀ ਸੁਜੈਸ਼ਨ ਮੈਨੂੰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਕਿ ਤੁਹਾਨੂੰ ਰੈਂਡਮ ਮਿਕਸ ਐਮਸੀਕਿਊ ਜ਼ਿਆਦਾ ਠੀਕ ਲੱਗਦੇ ਆ ਅਲੋਂਗ ਵਿਦ ਕੋਈ ਵਧੀਆ ਇੰਪੋਰਟੈਂਟ ਛੋਟਾ ਸਬ ਟੌਪਿਕ ਆਪਾਂ ਕਵਰ ਕਰਾਂਗੇ ਜਿਵੇਂ ਤੀਜਾ ਚੌਥਾ ਪਾਰਟ, ਜਾਂ ਤੁਹਾਨੂੰ ਟੌਪਿਕ ਰਿਲੇਟਡ ਹੀ ਐਮਸੀਕਿਊ ਚਾਹੀਦੇ ਆ ਜਿਵੇਂ ਆਪਾਂ ਪਹਿਲੇ ਦੂਜੇ ਪਾਰਟ ਦੇ ਵਿੱਚ ਕੀਤਾ। ਸੋ ਜਿਸ ਤਰੀਕੇ ਨਾਲ ਤੁਹਾਡੀ ਮੈਜੋਰਟੀ ਹੋਊਗੀ ਉਸ ਤਰੀਕੇ ਨਾਲ ਮੈਂ ਕੰਟੀਨਿਊ ਕਰ ਦਿਆਂਗਾ। ਸੋ ਚਲੋ ਜੀ ਸਟਾਰਟ ਕਰਦੇ ਆ ਆਪਣਾ ਚੌਥਾ ਪਾਰਟ ਸੀਡੀਪੀ ਦਾ। ਆਲ ਓਵਰ ਆਪਣਾ 42ਵਾਂ ਹੋ ਗਿਆ ਪਲੇਲਿਸਟ ਦਾ। ਸੋ ਇਹਦੇ ਵਿੱਚ ਉੱਤੇ ਦੇਖੋ ਤੁਸੀਂ ਮੈਂ 31 ਨੰਬਰ ਪਾਇਆ ਹੋਇਆ। 31 ਨੰਬਰ ਪਾਉਣ ਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਅਸੀਂ ਪਹਿਲੇ 3 ਪਾਰਟ ਦੇ ਵਿੱਚ 30 ਇੰਪੋਰਟੈਂਟ ਐਮਸੀਕਿਊ ਕਰ ਚੁੱਕੇ ਹਾਂ ਅਤੇ ਇਹ ਸਾਡਾ 31 ਐਮਸੀਕਿਊ ਹੈ। ਸੋ ਐਮਸੀਕਿਊ ਦੇ ਵਿੱਚ ਕੀ ਲਿਖਿਆ, ਦਾ ਟਾਈਪ ਆਫ ਇਵੈਲੂਏਸ਼ਨ which is used to monitor learning progress during instruction is called। ਧਿਆਨ ਨਾਲ ਇੱਥੇ ਦੇਖੋ, ਦਾ ਇੰਪੋਰਟੈਂਟ ਵਰਡ ਇਜ਼ ਡਿਊਰਿੰਗ ਇੰਸਟਰਕਸ਼ਨ। ਠੀਕ ਹੈ, ਸੋ ਪੰਜਾਬੀ ਵਾਲੇ ਸਟੂਡੈਂਟ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਨੇ। ਨਿਰਦੇਸ਼ਾਂ ਦੌਰਾਨ ਸਿੱਖਣ ਦੀ ਪ੍ਰਗਤੀ ਨੂੰ ਮੋਨੀਟਰ ਕਰਨ ਦੇ ਲਈ ਵਰਤੀ ਜਾਂਦੀ ਮੁਲਾਂਕਣ ਦੀ ਕਿਸਮ ਨੂੰ ਕੀ ਕਹਿੰਦੇ ਨੇ। ਆਪਾਂ ਕਈ ਤਰ੍ਹਾਂ ਦੀ ਵੈਲਿਊਏਸ਼ਨ ਪੜ੍ਹੀ ਹੈ ਜੀ, ਫਾਰਮੇਟਿਵ ਪੜ੍ਹੀ ਹੈ ਆਪਾਂ, ਸਮੇਟਿਵ ਪੜ੍ਹੀ ਹੈਗੀ। ਸੋ 2 ਇੰਪੋਰਟੈਂਟ ਆਪਾਂ ਵੈਲਿਊਏਸ਼ਨ ਜਾਂ ਅਸੈਸਮੈਂਟ ਆਪਾਂ ਕਵਰ ਕੀਤੀਆਂ ਨੇ। ਸੋ ਜੋ ਡਿਊਰਿੰਗ ਇੰਸਟਰਕਸ਼ਨ ਬੱਚੇ ਦੀ ਜੱਜਮੈਂਟ ਕੀਤੀ ਜਾਂਦੀ ਹੈ ਨਾ, ਕਿ ਆਪਣਾ ਸੈਸ਼ਨ ਚੱਲਦਾ ਪਿਆ, ਨਾਲ ਦੀ ਨਾਲ ਆਪਾਂ ਕੋਈ ਪੇਪਰ ਲੈ ਕੇ ਜਾਂ ਕੁਝ ਕਲਾਸ ਦੇ ਵਿੱਚ ਕੋਈ ਥੋੜਾ ਬਹੁਤਾ ਟੈਸਟ ਲੈ ਕੇ, ਹੈ ਨਾ, ਜਾਂ ਬੱਚੇ ਨੂੰ ਔਰਲੀ ਪੁੱਛ ਕੇ ਆਪਾਂ ਡਿਊਰਿੰਗ ਇੰਸਟਰਕਸ਼ਨ ਉਹਦੀ ਆਪਾਂ ਅਸੈਸਮੈਂਟ ਕਰ ਰਹੇ ਹਾਂ, ਮੋਨੀਟਰਿੰਗ ਕਰ ਰਹੇ ਹਾਂ, ਤਾਂ ਉਹਨੂੰ ਬੋਲਦੇ ਹਾਂ ਜੀ ਫਾਰਮੇਟਿਵ ਅਸੈਸਮੈਂਟ। ਉਹ ਆਊਗਾ ਫਾਰਮੇਟਿਵ ਅਸੈਸਮੈਂਟ। ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ ਫॉर ਕੁਐਸਚਨ ਨੰਬਰ 31। ਹਾਂ ਜੀ, ਇਹ ਬੋਲ ਦਿੰਦੇ ਕਿ ਐਟ ਦਾ ਐਂਡ ਆਫ ਟਰਮ, ਐਟ ਦਾ ਐਂਡ ਆਫ ਮਤਲਬ ਜੋ ਐਨੂਅਲ ਐਗਜ਼ਾਮ ਹੁੰਦੇ ਨੇ ਸੈਸ਼ਨ ਦੇ ਲਾਸਟ ਤੇ, ਤਾਂ ਫਿਰ ਉੱਥੇ ਸਮਿਟਿਵ ਆ ਜਾਂਦਾ। ਬਟ ਇਸ ਕੁਐਸਚਨ ਦਾ ਆਪਣਾ ਆਂਸਰ ਆਏਗਾ ਆਪਸ਼ਨ ਬੀ।
ਸੋ ਮੇਰੇ ਦੱਸਣ ਤੋਂ ਪਹਿਲਾਂ ਇੱਕ ਤੁਸੀਂ ਹੋਰ ਕੰਮ ਕਰਨਾਗਾ ਕਿ ਪਹਿਲਾਂ ਖੁਦ ਹੀ MCQ ਟਿਕ ਕਰ ਲੈਣੇ ਨੇ, ਕਿਉਂਕਿ ਇਹ ਸਾਰਾ ਕੁਝ ਆਪਾਂ ਆਲਰੇਡੀ 38 ਵੀਡੀਓਜ਼ ਦੇ ਵਿੱਚ ਕਵਰ ਕੀਤਾ ਹੋਇਆ। ਐਂਡ ਲਾਸਟ ਤੇ ਤੁਸੀਂ ਨੋਟ ਕਰਨਾ ਕਿ ਤੁਹਾਡੇ ਕੁੱਲ ਮਾਰਕਸ ਜਿਹੜੇ ਹੈਗੇ ਨੇ ਉਹ ਕਿੰਨੇ ਬਣੇ। ਹਾਂਜੀ, ਕੁਐਸਚਨ ਨੰਬਰ 32, the motivation begins with the needs exist in all of us, the need that the student would tend to fulfill first pertains to। ਦੇਖੋ ਇਹ ਆਪਣਾ ਮੈਸਲੋ ਜੋ ਥਿਊਰੀ ਆਫ ਮੋਟੀਵੇਸ਼ਨ ਹੈ ਉਹਦੇ ਵਿੱਚੋਂ ਇਹ ਵਾਲਾ ਕੁਐਸਚਨ ਆਪਾਂ ਨੂੰ ਆਇਆ ਹੋਇਆ ਹੈਗਾ। ਕਹਿੰਦੇ ਅਭਿਪ੍ਰੇਰਣ ਲੋੜਾਂ ਤੋਂ ਸ਼ੁਰੂ ਹੁੰਦਾ ਹੈ, ਜਿਹੜਾ ਸਾਡੇ ਸਾਰਿਆਂ ਵਿੱਚ ਵਿਦਮਾਨ ਹੈ, ਜਿਸ ਲੋੜ ਨੂੰ ਵਿਦਿਆਰਥੀ ਸਭ ਤੋਂ ਪਹਿਲਾਂ ਪੂਰੀ ਕਰਨੀ ਚਾਹੇਗਾ ਉਸ ਦਾ ਸੰਬੰਧ ਕਿਸ ਨਾਲ ਹੈ। ਦੇਖੋ ਅਗਰ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਇਦਾਂ ਟ੍ਰਾਇੰਗਲ ਦੇ ਵਿੱਚ ਬਣਾਇਆ ਸੀਗਾ ਸਾਰਾ, ਠੀਕ ਹੈ, ਇਹਦੇ ਸਾਰੇ ਪਾਰਟ ਲਿਖੇ ਸੀ ਇਸ ਤਰੀਕੇ ਨਾਲ, ਟੋਟਲ 5 ਲਿਖੇ ਸੀ ਆਪਾਂ, ਉਹਨਾਂ ਦੇ ਵਿੱਚੋਂ ਇੱਥੋਂ ਕੁਝ ਦਿੱਤੇ ਹੋਏ ਨੇ ਆਪਾਂ ਨੂੰ। ਤਾਂ ਜਿਹੜਾ ਸਭ ਤੋਂ ਫਸਟ ਲੈਵਲ ਹੈ ਜੀ, ਹੈ ਨਾ, ਜੋ ਸਭ ਤੋਂ ਫਸਟ ਲੈਵਲ ਹੈ ਜਿਸ ਨੂੰ ਕੋਈ ਵਿਦਿਆਰਥੀ ਪੂਰਾ ਕਰਨਾ ਚਾਹੇਗਾ, ਜਾਂ ਈਵਨ ਵਿਦਿਆਰਥੀ ਛੱਡੋ ਕੋਈ ਵੀ ਵਿਅਕਤੀ ਉਹਨੂੰ ਪੂਰਾ ਕਰਨਾ ਚਾਹੇਗਾ। ਸੋ ਇੱਥੇ ਮੈਂ ਮੈਸਲੋ ਦੀ ਪੂਰੀ ਥਿਊਰੀ ਨਹੀਂ ਦੱਸੂਗਾ, ਮੈਂ ਸਿਰਫ MCQ ਤੱਕ ਹੀ ਰਹੂੰਗਾ। ਅਗਰ ਤੁਸੀਂ ਥਿਊਰੀ ਪ੍ਰੋਪਰ ਕਰਨੀ ਹੈ ਤਾਂ ਮੋਟੀਵੇਸ਼ਨ ਵਾਲੇ ਆਪਣੇ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਪਲੇਲਿਸਟ ਦੇ ਵਿੱਚ ਪ੍ਰੋਪਰ ਸਮਝਾਇਆ ਹੋਇਆ, ਕਿਉਂਕਿ ਅਦਰਵਾਈਜ਼ ਜੋ ਵੀਡੀਓ ਹੈ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ। ਤਾਂ ਜੋ ਸਭ ਤੋਂ ਪਹਿਲੀ ਹੈ ਜੀ, ਜੋ ਸਭ ਤੋਂ ਇੱਥੇ ਵਾਲਾ ਲੈਵਲ ਹੈ ਆ ਜਗ੍ਹਾ ਵਾਲਾ, ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ, ਇਹਨੂੰ ਬੋਲਦੇ ਹਾਂ ਫਿਜ਼ੀਓਲੋਜੀਕਲ ਜਾਂ ਕਹਿ ਲਓ ਸਰੀਰਕ, ਜਿਹਨੂੰ ਸਭ ਤੋਂ ਪਹਿਲਾਂ ਪੂਰਾ ਕਰਨਾ ਚਾਹੇਗਾ। ਸੋ ਇੱਥੇ ਕਈ ਜਿਹੜੇ ਟੀਚਰ ਨੇ ਜਾਂ ਜੋ ਸਟੂਡੈਂਟ ਨੇ ਜੋ ਪੇਪਰ ਦੇਣ ਜਾਂਦੇ ਨੇ, ਕਈ ਵਾਰ ਉਹ ਸਨਮਾਨ ਦੇਖ ਕੇ ਸਨਮਾਨ ਲਾ ਦਿੰਦੇ ਨੇ ਕਿ ਹੋ ਸਕਦਾ ਹੈ ਕਿ ਬੱਚਾ ਸਨਮਾਨ ਜਿਹੜਾ ਹੈਗਾ ਉਹ ਪਹਿਲਾਂ ਲੈਣਾ ਚਾਹੇ, ਹੈ ਨਾ, ਇਸ ਤਰੀਕੇ ਨਾਲ। ਪਰ ਆਪਾਂ ਇਹ ਮੈਸਲੋ ਥਿਊਰੀ ਦਾ ਕੁਐਸਚਨ ਹੈ ਜੀ, ਤਾਂ ਮੈਸਲੋ ਦੇ ਵਿੱਚ ਸਭ ਤੋਂ ਲੋਐਸਟ ਲੈਵਲ ਕਿਹੜਾ ਸੀਗਾ, ਜੋ ਫਸਟ ਤੇ ਸੀਗਾ ਜਿਸ ਨੂੰ ਪੂਰਾ ਕਰਨਾ ਚਾਹੇਗਾ, ਉਹ ਹੈਗਾ ਫਿਜ਼ੀਓਲੋਜੀਕਲ ਨੀਡਸ ਜਾਂ ਕਹਿ ਲਓ ਸਰੀਰਕ ਲੋੜਾਂ। ਤਾਂ ਇਹਦੇ ਵਿੱਚ ਦੇਖੋ ਉਹਦਾ ਖਾਣ ਪੀਣ ਵਗੈਰਾ ਆ ਜਾਂਦਾ ਜੀ, ਸਾਰਾ ਕੁਝ, ਹੈ ਨਾ, ਫਿਜ਼ੀਓਲੋਜੀਕਲ ਦੇ ਵਿੱਚ, ਕਿ ਅਗਰ ਉਹਨੂੰ ਭੁੱਖ ਲੱਗੀ ਹੈ ਤਾਂ ਉਹਨੂੰ ਫੂਡ ਵੀ ਚਾਹੀਦਾ, ਭੋਜਨ ਵੀ ਚਾਹੀਦਾ। ਸੋ ਸਾਰੀਆਂ ਲੋੜਾਂ ਇਹਦੇ ਵਿੱਚ ਆ ਜਾਂਦੀਆਂ ਨੇ। ਸੋ ਫਸਟ ਲੈਵਲ ਕੀ ਹੈ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਫੁੱਲਫਿਲ ਕਰੂਗਾ, ਫਿਜ਼ੀਓਲੋਜੀਕਲ। ਸੋ ਆਪਸ਼ਨ ਬੀ, ਅਗੇਨ ਦਾ ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ। ਹਾਂਜੀ, ਕੁਐਸਚਨ ਨੰਬਰ 33 ਆਪਾਂ ਕਰ ਲੈਨੇ ਆ। ਇਸ ਤੋਂ ਬਾਅਦ ਇਹਦੇ ਵਿੱਚ ਲਿਖਿਆ, when a child gives into the peer pressure then he may be said to be। ਦੇਖੋ ਬੜਾ ਇੰਪੋਰਟੈਂਟ ਕੁਐਸਚਨ ਹੈ, ਐਡੋਲਸੈਂਸ ਨਾਲ ਜੁੜਿਆ ਹੋਇਆ ਹੈਗਾ। ਕਹਿੰਦਾ ਜਦੋਂ ਬੱਚਾ ਮਤਲਬ ਆਪਣੇ ਪੀਅਰ ਪ੍ਰੈਸ਼ਰ ਦੇ ਵਿੱਚ ਹੋਵੇ, ਦੇਖੋ ਪੀਅਰ ਹੁੰਦਾ ਜੀ ਉਹਦੇ ਹਮ ਉਮਰ ਸਾਥੀ, ਪੀਅਰ ਦਾ ਮਤਲਬ ਬੱਚੇ ਦੇ ਹਮ ਉਮਰ ਸਾਥੀ। ਤਾਂ ਆਪਾਂ ਬੋਲ ਸਕਦੇ ਹਾਂ ਉਹਨੂੰ ਕਿਹੜੀ ਕੰਡੀਸ਼ਨ ਦੇ ਵਿੱਚ ਹੈ, ਕਿਹੜੀ ਸਥਿਤੀ ਦੇ ਵਿੱਚ ਹੈ। ਇਹਨਾਂ ਦੇ ਵਿੱਚੋਂ ਪਹਿਲੀ ਆਪਸ਼ਨ ਹੈ ਕੰਪੀਟਿੰਗ, ਫਿਰ ਕਨਫਾਰਮਿੰਗ, ਫਿਰ ਕੋਆਪਰੇਟਿੰਗ, ਫਿਰ ਕਨਫਰਮਿੰਗ। ਠੀਕ ਹੈ, ਬੜੇ ਮਿਲਦੇ ਜੁਲਦੇ ਜੇ ਆਪਸ਼ਨ ਨੇ, ਸਾਰੇ ਸੀ ਨਾਲ ਹੀ ਸਟਾਰਟ ਹੁੰਦੇ ਨੇ। ਪੰਜਾਬੀ ਵਾਲੇ ਪੰਜਾਬੀ ਦੇਖ ਸਕਦੇ ਹੋ, ਜਦੋਂ ਬੱਚਾ ਆਪਣੇ ਸਾਥੀਆਂ ਦੇ ਦਬਾਅ ਵਿੱਚ ਆ ਜਾਂਦਾ ਹੈ ਉਸ ਸਥਿਤੀ ਨੂੰ ਉਦੋਂ ਕੀ ਕਿਹਾ ਜਾਂਦਾ ਹੈ। ਦੇਖੋ ਜੀ ਆਪਾਂ ਗੱਲ ਕੀਤੀ ਹੋਈ ਹੈ ਕਿ ਐਡੋਲਸੈਂਸ ਏਜ ਜੋ ਕਿ ਸਟਾਰਮਿੰਗ ਪੀਰੀਅਡ ਹੈ ਕਿਸੇ ਦੀ ਵੀ ਲਾਈਫ ਦੇ ਵਿੱਚ, ਹੈ ਨਾ, ਬੱਚੇ ਦੇ ਵਿੱਚ ਭੁਚਾਲ ਵਾਲਾ ਟਾਈਮ ਹੈ 10 ਤੋਂ 19 ਸਾਲ ਜਿਹੜੀ ਅੱਜ ਕੱਲ ਹੋ ਚੁੱਕੀ ਹੈ। ਸੋ ਇਹ ਉਮਰ ਦੇ ਵਿੱਚ ਬੱਚੇ ਤੇ ਉਹਦੇ ਸਾਥੀਆਂ ਦਾ, ਹਮ ਉਮਰ ਸਾਥੀਆਂ ਦਾ ਜਿਹੜਾ ਇਨਫਲੂਐਂਸ ਹੈ, ਪ੍ਰਭਾਵ ਹੈ, ਉਹ ਸਭ ਤੋਂ ਵੱਧ ਹੁੰਦਾ ਹੈ, ਈਵਨ ਟੀਚਰ ਜਾਂ ਪੇਰੈਂਟਸ ਤੋਂ ਵੀ ਜ਼ਿਆਦਾ ਹੁੰਦਾ ਹੈਗਾ। ਤਾਂ ਉਦੋਂ ਬੱਚਾ ਜੋ ਦਬਾਅ ਦੇ ਵਿੱਚ ਆ ਜਾਂਦਾ ਤਾਂ ਉਸ ਸਥਿਤੀ ਨੂੰ ਅਸੀਂ ਕੀ ਬੋਲਦੇ ਹਾਂ। ਦੇਖੋ ਕੰਪੀਟਿੰਗ ਤਾਂ ਹੋ ਨਹੀਂ ਸਕਦਾ, ਕੰਪੀਟਿੰਗ ਮੁਕਾਬਲਾ ਕਰਨਾ, ਮੁਕਾਬਲਾ ਤਾਂ ਮੇਬੀ ਛੋਟੇ ਬੱਚਿਆਂ ਦੇ ਵਿੱਚ ਵੀ ਹੁੰਦਾ ਹੈਗਾ ਜਾਂ ਵੱਡਿਆਂ ਦੇ ਵਿੱਚ ਕੰਪੀਟੀਸ਼ਨ ਵੀ ਹੁੰਦਾ। ਤੁਹਾਡੇ ਵਿੱਚ ਵੀ ਕੰਪੀਟੀਸ਼ਨ ਹੋਏਗਾ ਜਦੋਂ ਤੁਸੀਂ ਸਕਰੀਨਿੰਗ ਦਾ ਐਗਜ਼ਾਮ ਦਿਓਗੇ। ਸੋ ਕੰਪੀਟਿੰਗ ਨਹੀਂ ਆਊਗਾ ਜੀ। ਉਸ ਤੋਂ ਬਾਅਦ ਕੋਆਪਰੇਟਿੰਗ, ਜਦੋਂ ਪ੍ਰੈਸ਼ਰ ਜੀ ਆ ਗਿਆ, ਦੇਖੋ ਕੋਆਪਰੇਟਿੰਗ ਸਹਿਯੋਗ ਕਰਨ ਵਾਲਾ ਤਾਂ ਕੰਮ ਹੀ ਨਹੀਂ ਹੈਗਾ। ਉਸ ਤੋਂ ਬਾਅਦ ਕਨਫਰਮਿੰਗ, ਪੁਸ਼ਟੀ ਕਰਨਾ, ਇਹ ਵੀ ਨਹੀਂ ਆਊਗਾ। ਦੇਖੋ ਇਹਦੇ ਲਈ ਸਪੈਸ਼ਲ ਜਿਹੜਾ ਟਰਮ ਹੈ ਵਰਤੀ ਜਾਂਦੀ ਹੈ, ਇਹਨੂੰ ਅਸੀਂ ਬੋਲਦੇ ਹਾਂ ਜੀ ਕਨਫਾਰਮਿੰਗ। ਕਨਫਾਰਮਿੰਗ ਕਿਉਂਕਿ ਕੰਪੀਟਿੰਗ, ਕੋਆਪਰੇਟਿੰਗ, ਕਨਫਰਮਿੰਗ ਇਹ ਸ਼ਬਦ ਅਸੀਂ ਰੂਟੀਨ ਦੇ ਵਿੱਚ ਯੂਜ਼ ਕਰਦੇ ਹਾਂ, ਬਟ ਕਨਫਰਮ ਜਿਹੜਾ ਹੈਗਾਗਾ ਅਨੁਸਰਨ ਕਰਨਾ, ਜਿਸਨੂੰ ਅਸੀਂ ਬੋਲ ਸਕਦੇ ਹਾਂ ਪੰਜਾਬੀ ਦੇ ਵਿੱਚ, ਇਹ ਜੋ ਸ਼ਬਦ ਹੈ ਜੀ ਇਹ ਉਦੋਂ ਵਰਤਾਂਗੇ ਅਸੀਂ ਜਦੋਂ ਬੱਚਾ ਜਿਹੜਾ ਉਹ ਆਪਣੇ ਪੀਅਰ ਪ੍ਰੈਸ਼ਰ ਦੇ ਵਿੱਚ ਆ ਗਿਆ, ਆਪਣੇ ਸਾਥੀਆਂ ਦੇ ਦਬਾਅ ਵਿੱਚ ਆ ਗਿਆ, ਤਾਂ ਉਸ ਸਥਿਤੀ ਨੂੰ ਅਸੀਂ ਬੋਲਦੇ ਹਾਂ ਕਨਫਰਮਿੰਗ। ਠੀਕ ਹੈ, ਹੋਪਫੁਲੀ ਤੁਹਾਨੂੰ ਸਮਝ ਆ ਗਈ ਹੋਏਗੀ, ਇੰਪੋਰਟੈਂਟ ਹੈ ਕੁਐਸਚਨ ਇਹ ਵੀ। ਹਾਂਜੀ, ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 34 ਜੋ ਕਿ ਫੁੱਲ ਫਾਰਮ ਤੇ ਹੈ, what do you mean by FAS? what do you mean by FAS? ਸੋ ਇਹ ਵਾਲਾ ਕੁਐਸਚਨ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਆਪਾਂ ਕਈ ਫੁੱਲ ਫਾਰਮ ਜੋ ਇੰਪੋਰਟੈਂਟ ਪੂਰੀਆਂ CDP ਦੀਆਂ, ਚਾਹੇ ਸਬਜੈਕਟ ਪੈਡਾਗੋਜੀ ਹੋਵੇ ਚਾਹੇ CDP ਹੋਵੇ, ਆਪਾਂ ਸਾਰੀਆਂ ਇੱਥੇ ਕਵਰ ਕਰਾਂਗੇ। ਉਹਨਾਂ ਦੇ ਵਿੱਚੋਂ ਇੱਕ ਦਾ ਤਾਂ ਕੁਐਸਚਨ ਹੀ ਦੇਖੋ ਬਣਿਆ ਹੋਇਆ, ਤੇ ਨਾਲ 5 ਮੈਂ ਹੋਰ ਲਿਖੀਆਂ ਨੇ ਜੋ ਕਿ ਆਪਾਂ ਡਿਸਕਸ ਕਰਾਂਗੇ। ਸੋ ਪਹਿਲਾਂ ਤਾਂ ਕੁਐਸਚਨ ਨੂੰ ਹੱਲ ਕਰਦੇ ਹਾਂ ਕਿ FAS ਦੀ ਫੁੱਲ ਫਾਰਮ ਕੀ ਹੈ। ਸੋ ਜਿਨ੍ਹਾਂ ਨੇ ਕਲਾਸ ਲਗਾਈ ਹੈ ਪ੍ਰੋਪਰ, ਮੈਂ ਦੱਸਿਆ ਹੋਇਆ ਉੱਥੇ, ਤਾਂ ਇਹਦੀ ਫੁੱਲ ਫਾਰਮ ਹੁੰਦੀ ਹੈ ਜੀ ਫੀਟਲ ਐਲਕੋਹਲ ਸਿੰਡਰੋਮ।
ठीक है, देख लो कितने है पिछे सिंड्रोम आऊगा, सिम्पटम नहीं आਉਂਦਾ ਹੈਗਾ। ਸੋ ਇਹਦੇ ਵਿੱਚ ਦੇਖੋ ਆਊਗਾ ਆ ਸੀ ਫੀਟਲ ਐਲਕੋਹਲ ਸਿੰਡਰੋਮ। ਸੋ ਇਹਦਾ ਰਾਈਟ ਆਨਸਰ ਕੀ ਆਊਗਾ ਜੀ, ਫਿਰ ਤੋਂ ਆਪਸ਼ਨ ਬੀ ਫੀਟਲ ਐਲਕੋਹਲ ਸਿੰਡਰਮ। ਸੋ ਇਹਦੇ ਬਾਰੇ ਮੈਂ ਤੁਹਾਨੂੰ ਪੂਰਾ ਸਮਝਾਇਆ ਵੀ ਹੋਇਆ ਕਿ ਬੱਚੇ ਨੂੰ ਉਦੋਂ ਹੋ ਸਕਦਾ ਹੈ ਜਦੋਂ ਪ੍ਰੈਗਨੈਂਸੀ ਦੇ ਦੌਰਾਨ ਜੋ ਮਦਰ ਹੈ ਉਹ ਡਰਿੰਕ ਵਗੈਰਾ ਕਰ ਰਹੀ ਹੋਵੇ। ਸੋ ਇਹ ਆਪਾਂ ਪ੍ਰੋਪਰ ਡਿਸਕਸ ਕੀਤਾ ਹੋਇਆ ਕਲਾਸ ਦੇ ਵਿੱਚ। ਇਸ ਤੋਂ ਇਲਾਵਾ ਦਾ ਮੋਸਟ ਇੰਪੋਰਟੈਂਟ ਟਰਮ ZPD, ਬਾਰ-ਬਾਰ ਰਿਪੀਟ ਹੋ ਰਹੀ ਹੈ ਜੀ, ZPD, ਠੀਕ ਹੈ। ਇਹ ਵਾਈਗੋਸਕੀ ਨਾਲ ਰਿਲੇਟਡ ਹੈ, ਇਹਦੀ ਫੁੱਲ ਫਾਰਮ ਹੁੰਦੀ ਹੈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਦੇਖੋ ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਕਲਾਸਾਂ ਲਾਈਆਂ ਨੇ, ਪਰ ਪੇਪਰ ਦੇ ਵਿੱਚ ਉਹ ਕੀ ਕਰਦੇ ਨੇ ਕਿ ਉੱਥੇ ਇੱਕ ਆਪਸ਼ਨ ਦੇ ਦੇਣਗੇ ਜ਼ੋਨ ਫॉर ਪ੍ਰੋਕਸੀਮਲ ਡਿਵੈਲਪਮੈਂਟ, ਆਫ ਦੀ ਜਗ੍ਹਾ ਫॉर ਕਰ ਦੇਣਗੇ, ਪਰ ਤੁਸੀਂ ਯਾਦ ਰੱਖਣਾ ਕਿ ਇੱਥੇ ਆਫ ਆਊਗਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਇਸ ਤੋਂ ਇਲਾਵਾ ADHD, ਇਹਦੀ ਫੁੱਲ ਫਾਰਮ ਹੁੰਦੀ ਹੈ ਜੀ ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ। ਰੀਸੈਂਟ ਹੀ ਆਪਾਂ ਨੂੰ ਪੇਪਰਾਂ ਦੇ ਵਿੱਚ ਆਇਆ ਹੋਇਆਗਾ। ਸੋ ਇਹਨਾਂ ਨੂੰ ਆਪਾਂ ਲਰਨਿੰਗ ਡਿਸੇਬਿਲਿਟੀਜ਼ ਦੇ ਵਿੱਚ ਕੀਤਾ ਹੋਇਆਗਾ। ਕੇ ਵਾਲੇ ਬੱਚੇ ਬੜੇ ਸ਼ਰਾਰਤੀ ਹੁੰਦੇ ਨੇ, ਇੱਕ ਥਾਂ ਤੇ ਟਿੱਕੇ ਨਹੀਂ ਬੈਠਦੇ, ਟੀਚਰ ਨੂੰ ਸੁਣਦੇ ਨਹੀਂ ਹੈਗੇ, ਹਨਾ, ਇਹ ਪ੍ਰੋਪਰ ਆਪਾਂ ਡਿਸਕਸ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਬੜਾ ਇੰਪੋਰਟੈਂਟ ਕੁਐਸਚਨ ਆ ਸਕਦਾ ਜੀ ASD ਆਇਆ ਨਹੀਂ ਬਟ ਆ ਸਕਦਾ ਮੇਰੇ ਅਕੋਰਡਿੰਗ, ਕਿਉਂਕਿ ਇਹ ਵੀ ਇੱਕ ਲਰਨਿੰਗ ਡਿਸੇਬਿਲਿਟੀ ਹੈ ਜਿਹਨੂੰ ਆਪਾਂ ਕਵਰ ਕੀਤਾ। ਇਹਦੀ ਫੁੱਲ ਫਾਰਮ ਹੁੰਦੀ ਹੈ ਆਟਿਜ਼ਮ ਸਪੈਕਟਰਮ ਡਿਸਆਰਡਰ। ਵੈਸੇ ਤਾਂ ਕਾਫੀ ਬ੍ਰੌਡ ਟਰਮ ਹੈ, ਪਰ ਇਹਦੇ ਵਿੱਚ ਮੈਂ ਥੋੜਾ ਜਿਹਾ ਦੱਸਦੇ ਹਾਂ ਕਿ ਜੋ ਬੱਚੇ ਨੇ ਉਹ ਸੋਸ਼ਲੀ ਘੱਟ ਹੁੰਦੇ ਨੇ, ਕਿਸੇ ਨਾਲ ਗੱਲਬਾਤ ਕਰਨ ਦੇ ਵਿੱਚ ਸ਼ਾਈ ਹੁੰਦੇ ਨੇ, ਪ੍ਰੋਪਰ ਗੱਲ ਨਹੀਂ ਕਰ ਸਕਦੇ। ਸੋ ਇਹ ਸਾਰਾ ਕੁਝ ਆਪਾਂ ਕੀਤਾ ਹੋਇਆਗਾ। ਇਸ ਤੋਂ ਇਲਾਵਾ ਚੌਮਸਕੀ ਆਪਾਂ ਇੰਗਲਿਸ਼ ਪੈਡਾਗੋਜੀ ਦੇ ਵਿੱਚ ਕਰ ਚੁੱਕੇ ਹਾਂ ਜੀ, ਉਹਦੇ ਵਿੱਚ ਆਪਾਂ ਕੀਤਾ LAD ਲੈਂਗੁਏਜ ਐਕੁਜੀਸ਼ਨ ਡਿਵਾਈਸ। ਸੋ ਸਾਰੀਆਂ ਫੁੱਲ ਫਾਰਮ ਪੇਪਰਾਂ ਦੇ ਵਿੱਚ ਆਪਾਂ ਨੂੰ ਆਈਆਂ ਹੋਈਆਂ ਨੇ, ਪੁਰਾਣੇ 2011 ਦੇ ਪੇਪਰ ਜਾ ਕੇ ਦੇਖ ਲਓ ਤਾਂ ਸਾਰਾ ਕੁਝ ਮਿਲਿਆ ਹੋਇਆਗਾ। ਕੁਝ ਐਕਸਪੈਕਟਡ ਵੀ ਮੈਂ ਇੱਥੇ ਨਾਲ ਲਏ ਨੇ, ਜਿਸ ਤਰੀਕੇ ਨਾਲ ASD ਹੋ ਗਿਆ। ਸੋ ਲੈਂਗੁਏਜ ਐਕੁਜੀਸ਼ਨ ਡਿਵਾਈਸ, ਠੀਕ ਹੈ, ਇਹ ਨੋਮ ਚੌਮਸਕੀ ਆਪਣਾ ਸਬਜੈਕਟ ਪੈਡਾਗੋਜੀ ਨਾਲ ਰਿਲੇਟਡ ਹੈ। ਇਸ ਤੋਂ ਇਲਾਵਾ ਦੇਖੋ ਆ ਤਾਂ ਕਾਮਨ ਹੀ ਆਪਾਂ ਯੂਜ਼ ਕਰਦੇ ਹਾਂ CWSN, C ਫॉर ਚਿਲਡਰਨ ਵਿਦ ਸਪੈਸ਼ਲ ਨੀਡ, ਠੀਕ ਹੈ, ਜੋ ਡਿਸੇਬਲ ਬੱਚੇ ਹੁੰਦੇ ਨੇ, ਚਿਲਡਰਨ ਵਿਦ ਸਪੈਸ਼ਲ ਨੀਡ ਇਹਦੀ ਫੁੱਲ ਫਾਰਮ ਹੈ ਜੀ। ਸੋ ਇੱਥੇ ਆਪਾਂ 6 ਫੁੱਲ ਫਾਰਮ ਨੋਟ ਕਰ ਲਿਓ, 6 ਫੁੱਲ ਫਾਰਮ ਆਪਾਂ ਡਿਸਕਸ ਕਰਨੀਆਂ। ਮੇਰੇ ਅਕੋਰਡਿੰਗ ਹਜੇ ਅਸੀਂ 10 ਤੋਂ ਉੱਪਰ ਹੋਰ ਕਰਾਂਗੇ ਅਪਕਮਿੰਗ ਕੁਐਸਚਨ ਦੇ ਵਿੱਚ। ਸੋ ਆਈ ਹੋਪ ਕਿ ਤੁਹਾਨੂੰ ਕੁਐਸਚਨ ਸਮਝ ਆ ਗਿਆ ਹੋਊਗਾ। ਫੁੱਲ ਫਾਰਮ ਤੋਂ ਕੁਐਸਚਨ ਆਪਾਂ ਨੂੰ ਡਾਇਰੈਕਟ ਹੀ ਪੇਪਰਾਂ ਦੇ ਵਿੱਚ ਆ ਰਿਹਾ ਹੁਣ। ਹਾਂਜੀ, ਕੁਐਸਚਨ ਨੰਬਰ 35 ਆਪਾਂ ਦੇਖ ਲੈਂਦੇ ਆ। ਪ੍ਰੀ ਸਕੂਲ ਜਿਹੜਾ ਚਾਈਲਡ ਹੈਗਾ, ਸੋ ਉਹਦੀ ਗੱਲ ਕੀਤੀ ਹੈ। ਪਿਆਜ਼ੇ ਦੀ ਥਿਊਰੀ ਤੋਂ ਕੁਐਸਚਨ ਹੈ, ਬੜਾ ਇੰਪੋਰਟੈਂਟ ਹੁੰਦਾ ਹੈਗਾ। ਆਫਟਰ ਸੀਇੰਗ ਦ ਜੈਬਰਾ ਐਟ ਦ ਜੂ ਕਾਲ ਆਊਟ ਹਾਰਸ। ਦੇਖੋ ਬੜਾ ਕਾਮਨ ਜਿਹਾ ਕੁਐਸਚਨ ਹੈ ਜੋ ਕਿ ਕਾਫੀ ਵਾਰ ਇਦਾਂ ਦੇ ਕੁਐਸਚਨ ਆਏ ਹੋਏ ਨੇ। ਕਹਿੰਦੇ ਇੱਕ ਪ੍ਰੀ ਸਕੂਲ ਮਤਲਬ ਛੋਟੇ ਬੱਚੇ ਨੇ ਜੂ ਦੇ ਵਿੱਚ ਜੈਬਰਾ ਨੂੰ ਦੇਖਿਆ ਤੇ ਉਹਨੂੰ ਹਾਰਸ ਕਹਿ ਰਿਹਾ ਹੈਗਾ। ਵਿਚ ਆਫ ਦਾ ਫੋਲੋਇੰਗ ਪ੍ਰੋਸੈਸ ਹੀ ਇਜ਼ ਯੂਜ਼ਿੰਗ। ਇੱਕ ਪ੍ਰੀ ਸਕੂਲ ਦਾ ਵਿਦਿਆਰਥੀ ਚਿੜੀਆਘਰ ਵਿੱਚ ਜੈਬਰਾ ਨੂੰ ਦੇਖ ਕੇ ਉਸ ਨੂੰ ਘੋੜਾ ਬੁਲਾਉਂਦਾ ਹੈ, ਤਾਂ ਹੇਠ ਲਿਖਿਆਂ ਵਿੱਚ ਉਸਨੇ ਕਿਹੜੀ ਵਿਧੀ ਦੀ ਵਰਤੋਂ ਕੀਤੀ। ਦੇਖੋ ਦੋ ਵਿਧੀਆਂ ਆਪਾਂ ਮੇਨ ਪੜ੍ਹੀਆਂ ਹੋਈਆਂ ਜੀ, ਇੱਕ ਅਕਮੋਡੇਸ਼ਨ ਪੜ੍ਹੀ ਹੈ, ਇੱਕ ਸਿਮੂਲੇਸ਼ਨ ਪੜ੍ਹੀ ਹੈ, ਸਮਾਯੋਜਨ ਤੇ ਘੁਲ ਮਿਲ ਜਾਣਾ। ਸੋ ਇੱਥੇ ਜੋ ਰਾਈਟ ਆਂਸਰ ਆਊਗਾ ਦੁਬਾਰਾ ਤੋਂ ਫਿਰ ਬੀ ਆਪਸ਼ਨ ਹੀ ਆਊਗਾ, ਸਿਮੂਲੇਸ਼ਨ। ਕਿ ਮਤਲਬ ਬੱਚੇ ਨੇ ਚੇਂਜ ਨਹੀਂ ਕੀਤਾ, ਉਹਨੇ ਜੈਬਰਾ ਦੇਖਿਆ ਕਿਉਂਕਿ ਉਹਦੀ ਥੋੜਾ ਫਿਜ਼ੀਕਲੀ ਸਟਰਕਚਰ ਹਾਰਸ ਵਰਗਾ ਹੈਗਾ, ਤਾਂ ਉਹਨੇ ਉਹਨੂੰ ਹਾਰਸ ਹੀ ਬੋਲਤੇ। ਇਹਦਾ ਮਤਲਬ ਉਹਨੇ ਆਪਣੇ ਸਕੀਮਾਂ ਨੂੰ ਚੇਂਜ ਨਹੀਂ ਕੀਤਾ, ਤਾਂ ਉਹ ਹੁੰਦਾ ਜੀ ਅਸਿਮੀਲੇਸ਼ਨ। ਠੀਕ ਹੈ, ਜੇ ਮੋਡੀਫਾਈ ਕਰ ਲੇ ਫਿਰ ਅਕਮੋਡੇਸ਼ਨ ਹੁੰਦਾ, ਬਟ ਉਹਨੇ ਚੇਂਜ ਹੀ ਨਹੀਂ ਕੀਤਾ, ਠੀਕ ਹੈ, ਉਹਨੂੰ ਹਾਰਸ ਹੀ ਕਹਿ ਰਿਹਾ ਹੈਗਾ, ਤਾਂ ਅਸਿਮੀਲੇਸ਼ਨ ਦੇ ਵਿੱਚ ਹੀ ਆ, ਬੱਚਾ ਹਜੇ ਛੋਟੀ ਏਜ ਦੇ ਵਿੱਚ ਹੈ। ਆਮ ਤੌਰ ਤੇ ਅਗਰ ਤੁਸੀਂ ਛੋਟੇ ਬੱਚੇ ਨੂੰ ਇੱਕ ਪੌਦਾ ਦੱਸ ਦਿਓ, ਹਾਲਾਂਕਿ ਮੈਂ ਜ਼ਿਆਦਾ ਨਹੀਂ ਸਮਝਾਉਂਦਾ ਕਿਉਂਕਿ ਫਿਰ ਕਾਫੀ ਲੰਬੀ ਕਲਾਸ ਹੋ ਜਾਂਦੀ ਹੈ, ਤਾਂ ਨਿੰਮ ਕਹਿ ਦੋ ਤਾਂ ਉਹ ਬੱਚਾ, ਛੋਟੇ ਬੱਚੇ ਕੀ ਹੁੰਦੇ ਨੇ ਜੀ 5-6 ਸਾਲ ਤੱਕ ਦੇ ਵੀ, ਉਹ ਸਾਰਿਆਂ ਨੂੰ ਫਿਰ ਨਿੰਮੀ ਬੋਲੀ ਜਾਂਦੇ ਨੇ, ਹਨਾ। ਕੋਈ ਹੋਰ ਦਰਖਤ ਹੋਵੇ, ਪੈਦਾ ਹੋਵੇ, ਉਹਨੂੰ ਵੀ ਨਿੰਮੀ ਕਹਿਣਗੇ। ਤਾਂ ਮਤਲਬ ਉਹ ਸਿਮੂਲੇਸ਼ਨ ਵਾਲੀ ਕੰਡੀਸ਼ਨ 'ਚ ਹੁੰਦੇ ਆ। ਹੌਲੀ ਹੌਲੀ ਏਜ ਵਧਣ ਦੇ ਨਾਲ ਮਤਲਬ ਉਹ ਚੀਜ਼ਾਂ ਨੂੰ ਮੋਡੀਫਾਈ ਕਰ ਲੈਂਦੇ ਆ। ਜਦੋਂ ਮੋਡੀਫਾਈ ਕਰ ਲੈਂਦੇ ਨੇ ਮਤਲਬ ਅਲੱਗ-ਅਲੱਗ ਐਨੀਮਲਸ ਦੇ, ਅਲੱਗ-ਅਲੱਗ ਪਲਾਂਟਸ ਦੇ ਅਲੱਗ-ਅਲੱਗ ਨਾਮ ਲੈਣੇ ਸ਼ੁਰੂ ਕਰ ਦਿੰਦੇ ਨੇ, ਫਿਰ ਅਕਮੋਡੇਸ਼ਨ ਵਾਲੀ ਕੰਡੀਸ਼ਨ ਆ ਜੂਗੀ। ਸੋ ਇੱਥੇ ਕੁਐਸਚਨ ਦੇ ਅਕੋਰਡਿੰਗ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ। ਪਿਆਜ਼ੇ ਵਾਲੀ ਥਿਊਰੀ ਤੁਸੀਂ ਦੇਖ ਸਕਦੇ ਹੋ, ਪਹਿਲੇ 3 ਪਾਰਟ ਉਸੇ ਦੀ ਆਪਣੇ। ਸੋ ਇੱਥੇ ਰਾਈਟ ਆਂਸਰ ਆਊਗਾ ਜੀ ਆਪਸ਼ਨ ਬੀ, ਘੁਲ ਮਿਲ ਜਾਣਾ, ਜਾਂ ਕਹ ਲਓ ਅਸਿਮੀਲੇਸ਼ਨ। ਹਾਂਜੀ, ਕੁਐਸਚਨ ਨੰਬਰ 36, ਅਕੋਰਡਿੰਗ ਟੂ ਰੋਬਨ ਸਟਰਨਬਰਗ the 3 different types of intelligence for creativity are। ਦੇਖੋ ਰੋਬਨ ਜਿਹੜੇ ਸਟਰਨਬਰਗ ਨੇ, ਰੋਬਰਟ ਸਟਰਨਬਰਗ ਨੇ, ਇਹਨਾਂ ਦੀ ਆਪਾਂ ਥਿਊਰੀ ਪੜ੍ਹੀ ਹੋਈ ਹੈ ਕਿ ਇਹਨਾਂ ਦੇ ਥਿਊਰੀ ਦੇ ਮੁਤਾਬਕ 3 ਪ੍ਰਕਾਰ ਦੀ ਇੰਟੈਲੀਜੈਂਸ ਕਿਹੜੀ ਹੈ। ਬੜਾ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਰਿਪੀਟ ਹੋਇਆ, ਤਾਂ ਹੀ ਇਹਨੂੰ ਮੈਂ ਇੱਥੇ ਲਿਆਗਾ। ਆਪਾਂ ACP ਯਾਦ ਕਰਦੇ ਹੁੰਦੇ ਆ, A ਫॉर ਐਨਾਲਿਟਿਕ, C ਫॉर ਕ੍ਰੀਏਟਿਵ, P ਪ੍ਰੈਕਟੀਕਲ। ਸੋ ਇਹ ਆਪਾਂ ਪੜ੍ਹਦੇ ਆਂਗੇ। ਸੋ ਦੇਖ ਲਓ ਇੱਥੇ ਕਿਹੜਾ ਰਾਈਟ ਆਂਸਰ ਆਊਗਾ ਜੀ। ਸੋ ਬਹੁਤੇ ਨਾ ACP ਇਹਨੂੰ ਬਣਾ ਲੈਂਦੇ ਨੇ ਜੀ, ਪਹਿਲੇ ਨੂੰ ACP ਬਣਾ ਲੈਂਦੇ ਨੇ, ਤਾਂ ਹੀ ਉਹ ਕਨਫਿਊਜ਼ਿੰਗ ਵਾਲਾ ਆਪਸ਼ਨ ਹੈਗਾ। ਹਾਲਾਂਕਿ ਐਨਾਲਿਟਿਕਲ ਤੇ ਕ੍ਰਿਟੀਕਲ ਹਨਾ, ਇਹ ਇੱਕੋ ਹੀ ਤਰ੍ਹਾਂ ਦੀਆਂ ਚੀਜ਼ਾਂ ਜੀਆਂ ਆ ਗਈਆਂ। ਸੋ ਇਹ ਵਾਲਾ ਆਂਸਰ ਨਹੀਂ ਆਊਗਾ, B ਵੀ ਨਹੀਂ ਆਊਗਾ। ਸੋ ਇੱਥੇ ਦੇਖੋ ਧਿਆਨ ਨਾਲ, ਐਨਾਲਿਟਿਕਲ ਆ ਗਿਆ, ਐਨਾਲਾਈਟਿਕ ਆ ਗਿਆ,
प्रैक्टिकल आ गया। इत्थे देखो सिंथेटिक देता, सो मैं तुहानूं दस्सिया होया कि जो क्रिएटिव इंटैलीजेंस है, ठीक है, उन्होंने मैं सिंथेटिक भी लिख सकदा। क्रिएटिविटी का मतलब कोई चीज क्रिएट करनी, सिंथेटिक का मतलब भी बनाना, है ना। तो इन्होंने क्रिएटिव नूं सिंथेटिक लिखता। सो ये अकॉर्डिंग जो अपना राइट आंसर आऊगा जी, वो ऑप्शन सी आऊगा। पॉइंट टू बी रिमेंबर, क्लास ਦੇ ਵਿੱਚ ਵੀ ਮੈਂ ਬਹੁਤ ਜ਼ੋਰ ਦੇ ਕੇ ਤੁਹਾਨੂੰ ਸਮਝਾਇਆ ਸੀ ਕਿ ਇਹ ਕੁਐਸਚਨ ਦੇ ਵਿੱਚ ਬੱਚੇ ਬਹੁਤ ਗਲਤੀ ਕਰਦੇ ਨੇ ਅਤੇ ਰੌਬਰਟ ਸਟਰਨਬਰਗ ਦੇ ਵਿੱਚੋਂ ਬਾਰ-ਬਾਰ ਇਹੀ ਕੁਐਸਚਨ ਪੇਪਰਾਂ ਦੇ ਵਿੱਚ ਪੁੱਛਿਆ ਜਾ ਰਿਹਾ ਹੈਗਾ। ਸੋ ਇਹ ਹੋ ਗਿਆ ਆਪਣੇ ਕੁਐਸਚਨ ਨੰਬਰ 36 ਤੱਕ। ਹੁਣ 37 ਤੇ ਚੱਲਦੇ ਹਾਂ। ਹਾਂਜੀ, क्वेश्चन नंबर 37 ਉਹੀ ਆ ਗਿਆ, ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਹੈ। ZPD ਸਟੈਂਡਸ ਫॉर, ਸੋ ZPD ਫੁੱਲ ਫਾਰਮ ਆਪਾਂ ਪਿੱਛੇ ਦੇਖ ਕੇ ਹਟੇ, ਇਹਨੂੰ ਅਸੀਂ ਬੋਲਦੇ ਹਾਂ ਜੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਦੇਖੋ ਆਪਸ਼ਨ ਇੱਕੋ ਜਿਹੇ ਨੇ, ए ਆਪਸ਼ਨ ਦੇ ਵਿੱਚ ਜ਼ੋਨ ਫॉर ਪ੍ਰੋਕਸੀਮਲ ਡਿਵੈਲਪਮੈਂਟ ਦੇਤਾ ਅਤੇ ਬੀ ਦੇ ਵਿੱਚ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੇਤਾ। ਤਾਂ ਆਪਾਂ ਨੂੰ ਪਤਾ ਹੈ ਆਫ ਵਾਲਾ ਆਪਸ਼ਨ ਸਹੀ ਹੈ ਜੀ। ਸੋ ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਸੋ ਇਸ ਤੋਂ ਬਾਅਦ ਮੈਂ ਤਿੰਨ ਹੋਰ ਬੜੀਆਂ ਇੰਪੋਰਟੈਂਟ ਫੁੱਲ ਫਾਰਮ ਲਿਖੀਆਂ ਨੇ ਜੋ ਕਿ ਆਪਾਂ ਨੂੰ ਪੇਪਰਾਂ ਚ ਆਈਆਂ ਹੋਈਆਂ ਨੇ ਰੀਸੈਂਟ ਹੀ। ਇਹਦੇ ਵਿੱਚੋਂ ਪਹਿਲੀ ਹੈ ਜੀ CCE। ਸਾਰੇ ਜਾਣਦੇ ਹੋ ਤੁਸੀਂ, ਆਪਾਂ ਕਲਾਸ ਦੇ ਵਿੱਚ ਵੀ ਕੀਤਾ ਜਿੱਥੇ ਆਪਾਂ CCE ਬਾਰੇ ਗੱਲ ਕੀਤੀ ਹੈ, ਪ੍ਰੋਪਰ ਕਲਾਸ ਹੈ ਇੱਕ ਆਪਣੀ। ਸੋ ਇਹਦੀ ਫੁੱਲ ਫਾਰਮ ਹੁੰਦੀ ਹੈ ਜੀ ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਇਹਨਾਂ ਨੂੰ ਨੋਟ ਕਰਦੇ ਜਾਓ, ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਇਸ ਤੋਂ ਇਲਾਵਾ ਇੱਕ ਹੁੰਦਾ ਜੀ CLTA ਆਪਣੀ ਇੰਗਲਿਸ਼ ਪੈਡਾਗੋਜੀ ਦੇ ਨਾਲ ਹੀ ਰਿਲੇਟਡ ਹੈਗਾ। ਸੋ ਇਹਦੀ ਫੁੱਲ ਫਾਰਮ ਥੋੜੀ ਅਲੱਗ ਹੈ, ਦੇਖੋ ਕਮਿਊਨੀਕੇਟਿਵ, C ਫॉर ਕਮਿਊਨੀਕੇਟਿਵ, L फॉर लैंग्वेज, TA ਦਾ ਮਤਲਬ ਇੱਥੇ ਟੀਚਿੰਗ ਨਾਲ ਹੈ ਜੀ, TA ਦਾ ਮਤਲਬ ਟੀਚਿੰਗ ਨਾਲ ਹੈ। ਸੋ ਫੁੱਲ ਫਾਰਮ ਹੋਗੀ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਇਸ ਤੋਂ ਇਲਾਵਾ ਇੱਕ ਹੁੰਦਾ ਜੀ IEP, ਇੱਕ ਪ੍ਰੋਗਰਾਮ ਚਲਾਇਆ ਜਾਂਦਾ ਜੋ ਕਿ ਡਿਸੇਬਲਡ ਸਟੂਡੈਂਟ ਦੇ ਲਈ ਹੁੰਦਾ ਹੈ। ਇਹਨੂੰ ਅਸੀਂ ਬੋਲਦੇ ਹਾਂ I ਫॉर ਇੰਡੀਵਿਜੂਅਲਾਈਜ਼ਡ, ਠੀਕ ਹੈ, ਮਤਲਬ ਇਕੱਲੇ ਬੱਚੇ ਲਈ ਇੰਡੀਵਿਜੂਅਲਾਈਜ਼ਡ, E ਫॉर ਐਜੂਕੇਸ਼ਨ, P ਫॉर ਪ੍ਰੋਗਰਾਮ। ਸੋ ਇਹ ਬਣ ਗਿਆ ਜੀ ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ, IEP। ਸੋ ਇੱਥੋਂ ਆਪਾਂ 4 ਫੁੱਲ ਫਾਰਮ ਹੋਰ ਡਿਸਕਸ ਕਰ ਲੀਆਂ। ਟੋਟਲ ਆਈ ਥਿੰਕ ਆਪਣੀਆਂ 10 ਫੁੱਲ ਫਾਰਮ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਨੇ। ਹਲੇ ਆਪਾਂ ਅੱਗੇ 2-3 ਕੁਐਸਚਨਾਂ ਦੇ ਵਿੱਚ ਹੋਰ ਵੀ ਫੁੱਲ ਫਾਰਮ ਡਿਸਕਸ ਕਰਨੀਆਂ ਨੇ। So question number 38, conventional morality is a stage which comes in which of the following theory? So एक stage ਦਾ ਲੈਵਲ ਦੇਤਾ ਜੀ ਇਹਨਾਂ ਨੇ conventional morality, ਕਹਿੰਦਾ ਕਿਹੜੀ ਥਿਊਰੀ ਨਾਲ ਰਿਲੇਟਡ ਹੈ। ਅਗਰ ਤੁਸੀਂ ਪ੍ਰੋਪਰ ਪੜਿਆਗਾ ਪ੍ਰੀ ਕਨਵੈਨਸ਼ਨਲ, ਕਨਵੈਨਸ਼ਨਲ, ਪੋਸਟ ਕਨਵੈਨਸ਼ਨਲ ਲੈਵਲ ਤੇ ਆਪਣੇ ਕੋਲਬਰਗ ਜਿਹੜੇ ਹੈਗੇ ਸੀ ਜੀ, ਠੀਕ ਹੈ, ਕੋਲਬਰਗ ਇਹਨਾਂ ਦੀ ਥਿਊਰੀ ਨਾਲ ਰਿਲੇਟਡ ਸੀਗੇ। ਸੋ ਕੋਲਬਰਗ ਦੀ ਇੱਕ ਵੀ ਥਿਊਰੀ ਹੈ, ਬੜੀ ਮੇਨ ਥਿਊਰੀ ਹੈ, ਮੋਰਲ ਡਿਵੈਲਪਮੈਂਟ ਥਿਊਰੀ। ਸੋ ਦੇਖ ਲਓ ਕਿੱਥੇ ਹੈ ਫਿਰ ਮੋਰਲ ਡਿਵੈਲਪਮੈਂਟ ਥਿਊਰੀ, ਆਪਸ਼ਨ ਬੀ ਦੇ ਵਿੱਚ ਹੀ ਪਿਆ। ਅੱਜ ਬਾਈ ਚਾਂਸ ਆਪਣੇ ਸਾਰੇ ਦੇ ਸਾਰੇ ਆਨਸਰ ਮੈਨੂੰ ਲੱਗ ਰਿਹਾ ਕਿ ਆਪਸ਼ਨ ਬੀ ਹੀ ਆ ਰਹੇ ਨੇ, ਹਾਲਾਂਕਿ ਪੇਪਰ ਦੇ ਵਿੱਚ ਇਦਾਂ ਨਹੀਂ ਹੁੰਦਾ ਜੀ, ਠੀਕ ਹੈ। ਅੱਜ ਬਾਈ ਚਾਂਸ ਜਿਹੜੇ ਵੀ ਮੈਂ ਕੁਐਸਚਨ ਸਿਲੈਕਟ ਕੀਤੇ ਨੇ ਉਹਨਾਂ ਦੇ ਆਈ ਥਿੰਕ ਸੋ ਆਨਸਰ ਆਪਣੇ ਬੀ ਹੀ ਆ ਰਹੇ ਨੇ ਜ਼ਿਆਦਾਤਰ। ਸੋ ਕਨਵੈਨਸ਼ਨਲ ਮੋਰੈਲਿਟੀ ਕਿਹੜੀ ਥਿਊਰੀ ਨਾਲ ਰਿਲੇਟਡ ਹੈ ਜੀ? ਕੋਲਬਰਗ ਦੀ ਥਿਊਰੀ ਨਾਲ। ਥਿਊਰੀ ਦਾ ਨਾਮ ਕੀ ਹੈ? ਮੋਰਲ ਡਿਵੈਲਪਮੈਂਟ ਥਿਊਰੀ। ਹਾਂਜੀ, ਕੁਐਸਚਨ ਨੰਬਰ 39 ਕਰਦੇ ਨੇ ਆਪਾਂ। Which of the following is the aim of IEDC? IEDC ਦਾ ਕੀ ਏਮ ਹੈ ਜੀ, ਹੈ ਨਾ, ਕੀ ਮਕਸਦ ਹੈ? ਪਹਿਲਾਂ ਤਾਂ ਇਹ ਦੇਖੋ ਕਿ IEDC ਹੁੰਦੀ ਕੀ ਹੈ। ਸੋ ਅਗਰ ਇਹ ਕੁਐਸਚਨ ਆਪਾਂ ਨੂੰ ਪੇਪਰ 'ਚ ਆ ਗਿਆ ਤਾਂ ਇਹਦੀ ਫੁੱਲ ਫਾਰਮ ਵੀ ਆ ਸਕਦੀ ਹੈ ਜੀ, ਠੀਕ ਹੈ। ਤਾਂ IEDC ਦੀ ਫੁੱਲ ਫਾਰਮ ਹੁੰਦੀ ਹੈ ਜੀ ਇੰਟੀਗ੍ਰੇਟਡ, I ਫॉर ਇੰਟੀਗ੍ਰੇਟਡ, E ਫॉर ਐਜੂਕੇਸ਼ਨ, ਫॉर ਡਿਸੇਬਲਡ ਚਿਲਡਰਨ। ਮਤਲਬ ਜੋ ਵੀ ਅਪਾਹਜ ਬੱਚੇ ਹੁੰਦੇ ਨੇ, ਅਯੋਗ ਬੱਚੇ ਹੁੰਦੇ ਨੇ, ਠੀਕ ਹੈ, ਉਹਨਾਂ ਲਈ ਜੋ ਸਟੱਡੀ ਹੋਵੇ ਉਹ ਇੰਟੀਗ੍ਰੇਟਡ ਵੇ ਨਾ ਹੋਵੇ। ਕਹਿਣ ਦਾ ਮਤਲਬ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ ਇੱਕ ਤਰੀਕੇ ਨਾਲ, ਕਿ ਉਹਨਾਂ ਨੂੰ ਨਾਰਮਲ ਬੱਚਿਆਂ ਦੇ ਨਾਲ ਹੀ ਪੜ੍ਹਾਇਆ ਜਾਵੇ। ਸੋ IEDC ਦੀ ਫੁੱਲ ਫਾਰਮ ਯਾਦ ਰੱਖਣੀ ਹੈ ਤੁਸੀਂ, ਇੰਟੀਗ੍ਰੇਟਡ ਐਜੂਕੇਸ਼ਨ ਫॉर ਡਿਸੇਬਲਡ ਚਿਲਡਰਨ। ਸੋ ਇਹਨਾਂ ਦੇ ਵਿੱਚੋਂ ਕਹਿੰਦਾ ਕਿਹੜਾ ਜਿਹੜਾ ਉਦੇਸ਼ ਨਹੀਂ ਹੈ, ਹਨਾ, ਇਹ ਪੁੱਛਿਆ ਕਿਹੜਾ ਉਦੇਸ਼ ਨਹੀਂ ਹੈ IEDC ਦਾ। ਚਲੋ ਆਪਸ਼ਨ ਪੜ੍ਹਦੇ ਹਾਂ ਆਪਾਂ ਡੀ ਆਪਸ਼ਨ ਤੋਂ ਚੱਲ ਪੈਂਦੇ ਆ। ਪੰਜਾਬੀ ਦੇ ਵਿੱਚ ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਵਿਸ਼ੇਸ਼ ਸ਼ਕਲਾਂ ਅਤੇ ਸਧਾਰਨ ਸਕੂਲਾਂ ਦੇ ਵਿਦਿਆਰਥੀਆਂ ਦਾ ਏਕੀਕਰਨ, ਇੰਟੀਗ੍ਰੇਟ ਚਿਲਡਰਨ ਫਰੋਮ ਸਪੈਸ਼ਲ ਸਕੂਲਸ ਵਿਦ ਕਾਮਨ ਸਕੂਲ। ਬਿਲਕੁਲ ਸਹੀ ਗੱਲ ਹੈ ਜੀ ਕਿ ਜੋ ਨਾਰਮਲ ਬੱਚੇ ਨੇ ਉਹਨਾਂ ਨਾਲ ਸਪੈਸ਼ਲ ਬੱਚੇ ਜੋੜ ਕੇ ਬਿਠਾਏ ਜਾਣ, ਪੜ੍ਹਾਏ ਜਾਣ, ਠੀਕ ਹੈ ਜੀ, ਇਹ ਏਮ ਹੈਗਾ ਗਾ ਇਹਦਾ। ਇਸ ਤੋਂ ਇਲਾਵਾ ਫੈਸਿਲੀਟੇਟ ਰਿਟੈਂਸ਼ਨ ਆਫ ਡਿਫਰੈਂਟਲੀ ਏਬਲਡ ਇਨ ਦਾ ਸਕੂਲ ਸਿਸਟਮ। ਕਹਿੰਦੇ ਵਿਸ਼ੇਸ਼ ਯੋਗਤਾ ਵਾਲੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਸਕੂਲ ਪ੍ਰਣਾਲੀ ਵਿੱਚ ਬਣਾਏ ਰੱਖਣ ਦੀ ਕੋਸ਼ਿਸ਼ ਕਰਨਾ, ਨਾਰਮਲ ਬੱਚਿਆਂ ਨਾਲ ਹੀ ਉਹਨਾਂ ਨੂੰ ਰੱਖਣਾ, ਇਹ ਵੀ ਠੀਕ ਹੈ ਜੀ। ਇਸ ਤੋਂ ਬਾਅਦ ਬੀ ਆਪਸ਼ਨ, providing educational opportunity to differently abled students in the school। ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਲਈ ਸਕੂਲ ਵਿੱਚ ਸਿੱਖਿਆ ਦੇ ਅਵਸਰ ਪ੍ਰਦਾਨ ਕਰਨਾ। ਬਿਲਕੁਲ ਸਹੀ ਗੱਲ ਹੈ ਜੀ, ਪ੍ਰਦਾਨ ਕਰਨਾ ਪਊਗਾ। ਇਸ ਤੋਂ ਇਲਾਵਾ ਰਿਮੂਵਿੰਗ ਦਾ ਮੇਨ ਸਟ੍ਰੀਮ ਸਕੂਲਸ, ਕਹਿੰਦੇ ਮੁੱਖ ਧਾਰਾ ਵਾਲੇ ਸਕੂਲਾਂ ਨੂੰ ਹਟਾਉਣਾ। ਮੇਨ ਸਟ੍ਰੀਮ ਸਕੂਲ ਆਪਣੇ ਨਾਰਮਲ ਸਕੂਲ ਆ ਗਏ,
ਜਿਵੇਂ ਕੋ ਐਜੂਕੇਟ ਸਕੂਲ ਆ ਗਏ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਬੱਚੇ ਇਕੱਠੇ ਪੜ੍ਹਦੇ ਨੇ, ਚਾਹੇ ਉਹ ਡਿਸੇਬਲਡ ਹੋਣ, ਠੀਕ ਹੈ, ਚਾਹੇ ਸਪੈਸ਼ਲ ਬੱਚੇ ਹੋਣ। ਸੋ ਉਹ ਸਕੂਲਾਂ ਨੂੰ ਕਹਿੰਦਾ ਰਿਮੂਵ ਕਰ ਦਿਓ, ਇਹ ਤਾਂ ਗਲਤ ਗੱਲ ਹੈ ਨਾ। ਸਗੋਂ ਤੇ IEDC ਤਾਂ ਕਹਿੰਦਾ ਕਿ ਉਹਨਾਂ ਦੇ ਵਿੱਚ ਹੀ ਸਪੈਸ਼ਲ ਵਾਲੇ ਬੱਚੇ ਨੂੰ ਪੜਾਉਣਾ। ਸੋ ਰਿਮੂਵ ਕਰਨ ਵਾਲੀ ਇੱਥੇ ਆਪਸ਼ਨ ਗਲਤ ਹੋ ਗਈ। ਤਾਂ ਕਿਹੜਾ IEDC ਦਾ ਉਦੇਸ਼ ਨਹੀਂ ਹੈ ਜੀ? ਆਪਸ਼ਨ ਏ ਉਹਦਾ ਉਦੇਸ਼ ਨਹੀਂ ਹੈਗਾ, ਮੁੱਖ ਧਾਰਾ ਵਾਲੇ ਸਕੂਲਾਂ ਨੂੰ ਹਟਾਉਣਾ। ਸੋ ਆਪਸ਼ਨ ਏ ਇਜ਼ ਦਾ ਕਰੈਕਟ ਆਂਸਰ। ਇਸ ਤੋਂ ਇਲਾਵਾ ਇਦਾਂ ਦੇ ਹੋਰ ਵੀ ਕੁਐਸਚਨ ਆਪਾਂ ਨੂੰ ਪੇਪਰਾਂ 'ਚ ਆਏ ਹੋਏ ਆ, ਜਿਵੇਂ ਦੇਖੋ ਲਾਈਫ ਤਾਂ ਤੁਸੀਂ ਸੁਣਿਆ ਹੋਣਾ ਹਨਾ, ਪਰ ਇੱਥੇ ਐਲ ਬਾਅਦ 'ਚ ਕਰਤੀ ਤੇ ਆਈ ਪਹਿਲਾਂ ਕਰਤੀ, ILFE ਬਣ ਗਿਆ ਇਹ। ਸੋ ਇਹ ਵੀ ਇਹਦੇ ਨਾਲ ਹੀ ਰਿਲੇਟਡ ਹੈਗਾ। ਸੋ ਇਹਦਾ ਮਤਲਬ ਕੀ ਹੈ? ਇਨਕਲੂਸਿਵ ਐਜੂਕੇਸ਼ਨ ਨਾਲ ਹੀ ਰਿਲੇਟਡ ਹੈ। ਆਈ ਦਾ ਮਤਲਬ ਇਨਕਲੂਸਿਵ, ਐਲ ਦਾ ਮਤਲਬ ਲਰਨਿੰਗ, F ਮਤਲਬ ਫ੍ਰੈਂਡਲੀ, E ਮਤਲਬ ਇਨਵਾਇਰਨਮੈਂਟ, ਹੈ ਨਾ। ਸੋ ਇਨਕਲੂਸਿਵ ਲਰਨਿੰਗ ਫ੍ਰੈਂਡਲੀ ਇਨਵਾਇਰਨਮੈਂਟ, ਸੋ ਇਹ ਵੀ ਇਹਨਾਂ ਚੀਜ਼ਾਂ ਨਾਲ ਹੀ ਰਿਲੇਟਡ ਹੈ। ਸੋ ਆਪਾਂ ਨੂੰ ਇੱਕ ਪੇਪਰ ਦੇ ਵਿੱਚ ਪੁੱਛਿਆ ਗਿਆ ਕਿ ILFE ਦੀ ਫੁੱਲ ਫਾਰਮ ਕੀ ਹੈ, ਤਾਂ ਤੁਸੀਂ ਯਾਦ ਰੱਖਣਾ ਇਨਕਲੂਸਿਵ ਲਰਨਿੰਗ ਫ੍ਰੈਂਡਲੀ ਇਨਵਾਇਰਨਮੈਂਟ। ਸੋ ਆਪਣੀਆਂ ਹੁਣ ਤੱਕ 12 ਜਿਹੜੀਆਂ ਫੁੱਲ ਫਾਰਮ ਨੇ ਹੋ ਚੁੱਕੀਆਂ ਨੇ ਲੌਂਗ ਵਿਦ ਥੀਸ ਇੰਪੋਰਟੈਂਟ ਕੁਐਸਚਨਸ। ਹਾਂਜੀ, ਲਾਸਟ ਕੁਐਸਚਨ ਕਰਦੇ ਹਾਂ ਇਹਦਾ ਆਪਣਾ ਕੁਐਸਚਨ ਨੰਬਰ 40। ਲਿੰਗੁਇਸਟਿਕ ਰੈਲੇਵਿਟੀ ਹਾਈਪੋਥੀਸਿਸ ਇਜ਼ ਗਿਵਨ ਬਾਈ। ਕਹਿੰਦੇ ਭਾਸ਼ਾ ਵਿਗਿਆਨਿਕ ਜਿਹੜਾ ਸਾਪੇਖਕ ਹੈਗਾ, ਸਾਪੇਖਕ ਪਰਿਕਲਪਨਾ ਦਾ ਸਿਰਜਕ ਕੌਣ ਹੈ? ਠੀਕ ਹੈ, ਦੱਸਿਆ ਹੋਇਆ ਇਹਨਾਂ ਨੇ। ਸਭ ਤੋਂ ਪਹਿਲਾਂ ਤਾਂ ਥੋੜਾ ਇਹਨੂੰ ਸਮਝ ਲਓ ਕਿ ਹੁੰਦੀ ਕੀ ਹੈ। ਲਿੰਗੁਇਸਟਿਕ ਰਿਲੇਟਿਵਿਟੀ ਹਾਈਪੋਥੀਸਿਸ ਹੈ ਕਿ ਇੱਕ ਤਰ੍ਹਾਂ ਦਾ ਕਾਲਪਨਿਕ ਹੈਗਾ, ਜਿਹੜਾ ਕਿ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਨੇ ਬਣਾਇਆ ਹੈਗਾ। ਉਹਦੇ ਵਿੱਚ ਇਹਨਾਂ ਨੇ ਸਿਰਫ ਇੱਕ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਕੋਈ ਇਹ ਸਪੈਸ਼ਲ ਟੌਪਿਕ ਨਹੀਂ ਹੈਗਾ ਇਸ ਕੁਐਸਚਨ ਦਾ, ਕਿ ਜੋ ਮਤਲਬ ਸਾਡੀ ਸੋਚਣੀ ਹੈ, ਸਾਡੀ ਥਿੰਕਿੰਗ ਹੈ, ਸਾਡਾ ਬਿਹੇਵੀਅਰ ਹੈ, ਸਾਡੇ ਵਿਚਾਰ ਨੇ ਕਹਿ ਲਓ, ਉਹਨਾਂ ਨੂੰ ਕਹਿੰਦੇ ਲੈਂਗੁਏਜ ਜਿਹੜੀ ਹੈਗੀ ਹੈ ਨਾ ਉਹ ਪ੍ਰਭਾਵਿਤ ਕਰਦੀ ਹੈ ਜੀ। ਉਹਨਾਂ ਨੂੰ ਲੈਂਗੁਏਜ ਜਿਹੜੀ ਹੈਗੀ ਹੈ ਸਾਰੀਆਂ ਚੀਜ਼ਾਂ ਤੇ ਪ੍ਰਭਾਵ ਪਾਉਂਦੀ ਹੈ। ਮੰਨ ਕੇ ਚੱਲੋ, ਮੰਨ ਲਓ ਕਹਿੰਦੇ ਜਿਨ੍ਹਾਂ ਦੀ ਲੈਂਗੁਏਜ ਮਤਲਬ ਜੋ ਸਟੇਟ ਦੀ ਲੈਂਗੁਏਜ ਆਪਸ ਦੇ ਵਿੱਚ ਮਿਲਦੀ ਜੁਲਦੀ ਹੈ, ਕਹਿੰਦੇ ਉੱਥੋਂ ਦੇ ਜਿਹੜੇ ਲੋਕ ਨੇ ਨਾ ਉਹਨਾਂ ਦੀ ਥਿੰਕਿੰਗ, ਜਿਹੜੇ ਵਿਚਾਰ ਨੇ, ਬਿਹੇਵੀਅਰ, ਉਹ ਵੀ ਆਪਸ ਦੇ ਵਿੱਚ ਮਿਲਦਾ ਜੁਲਦਾ ਹੋਊਗਾ। ਸੋ ਇਹ ਇੱਕ ਤਰ੍ਹਾਂ ਦਾ ਹਾਈਪੋਥੀਸਿਸ ਦਿੱਤਾ ਸੀਗਾ, ਜਿਹਨੂੰ ਅਸੀਂ ਬੋਲਦੇ ਹਾਂ ਲਿੰਗੁਇਸਟਿਕ ਦਾ ਮਤਲਬ ਲੈਂਗੁਏਜ ਨਾਲ ਹੈ, ਰਿਲੇਟਿਵਿਟੀ ਦਾ ਮਤਲਬ ਰਿਲੇਟ ਕੀਤਾ ਕਿਸੇ ਨੂੰ ਕਿਸੇ ਦੇ ਨਾਲ। ਸੋ ਲਿੰਗੁਇਸਟਿਕ ਰਿਲੇਟਿਵਿਟੀ ਹਾਈਪੋਥੀਸਿਸ ਜੋ ਮੈਂ ਹੁਣੀ ਦੱਸ ਕੇ ਹਟਿਆ ਇਹੀ ਹੈ ਜੀ। ਸੋ ਇਹਨੂੰ ਕਿਹਨੇ ਦਿੱਤਾ ਸੀ? ਇਹਨਾਂ ਚਾਰਾਂ ਦੇ ਵਿੱਚੋਂ ਆਪਾਂ ਸਾਰਿਆਂ ਬਾਰੇ ਡਿਟੇਲ ਦੇ ਵਿੱਚ ਪੜ੍ਹਿਆ। ਦੇਖੋ ਚੌਮਸਕੀ ਆਪਾਂ ਪੜ੍ਹਿਆ, ਇਹਨੇ ਤਾਂ LAD ਇਹ ਚੀਜ਼ਾਂ ਦੀ ਗੱਲ ਕੀਤੀ ਹੈ, ਤੇ ਕੋਈ ਗੱਲ ਹੀ ਨਹੀਂ ਕੀਤੀ, ਠੀਕ ਹੈ। ਸਿਗਮੰਡ ਫਰਾਇਡ ਆਪਾਂ ਪੜ੍ਹਿਆ ਜੀ, ਸੋ ਇਹਨੇ ਵੀ ਕੋਈ ਗੱਲ ਨਹੀਂ ਕੀਤੀ। ਇਹਦੀ ਸਾਈਕੋਸੈਕਸ਼ੂਅਲ ਥਿਊਰੀ ਹੈਗੀ। ਸਕਿਨਰ ਦੀ ਵੀ ਇਹਦੇ ਕੋਈ ਗੱਲ ਨਹੀਂ ਕੀਤੀ। ਸੋ ਦੇਖੋ ਅਗਰ ਆਪਸ਼ਨ ਨੂੰ ਨੈਗਲੈਕਟ ਕਰਕੇ ਵੀ ਚੱਲਦੇ ਹਾਂ ਆਪਾਂ, ਤਾਂ ਆਪਣਾ ਰਾਈਟ ਆਂਸਰ ਬਣੂਗਾ ਜੀ ਆਪਸ਼ਨ B। ਬੈਂਜਾਮਿਨ ਲੀ ਵਾਰਫ ਨੇ ਇਹ ਗੱਲ ਕਹੀ ਸੀਗੀ, ਲਿੰਗੁਇਸਟਿਕ ਰਿਲੇਟਿਵਿਟੀ ਹਾਈਪੋਥੀਸਿਸ ਇਹਨੇ ਦਿੱਤਾ ਸੀ। ਉਹ ਕੀ ਸੀ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ। ਸੋ ਇਹ ਕੁਐਸਚਨ ਵੀ ਆਪਾਂ ਨੂੰ ਪੇਪਰਾਂ ਦੇ ਵਿੱਚ ਆਇਆ ਹੋਏਗਾ। ਸੋ ਅਗਰ ਤੁਸੀਂ ਸਾਈਕੋ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹੋ ਨਾ, ਤਾਂ ਆਪਸ਼ਨ ਨੈਗਲੈਕਟ ਕਰਕੇ ਵੀ ਤੁਸੀਂ ਸਹੀ ਆਨਸਰ ਲੱਭ ਸਕਦੇ ਹੋ, ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਹਾਂ, ਇਹ ਗੱਲ ਜ਼ਰੂਰ ਕਹੂੰਗਾ, ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਜ਼ਰੂਰ ਇਹਨੂੰ ਲਾਈਕ ਕਰਿਓ। ਤੇ ਕਿਹੜਾ ਮੈਥਡ ਤੁਹਾਨੂੰ ਵਧੀਆ ਲੱਗਿਆ, ਪਹਿਲੇ 2 ਵੀਡੀਓ ਵਾਲਾ ਟੌਪਿਕ ਵਾਈਜ਼ ਮੈਥਡ ਵਧੀਆ ਲੱਗਿਆ, ਜਾਂ ਤੁਹਾਨੂੰ ਇਹ ਮੈਥਡ ਵਧੀਆ ਲੱਗਿਆ? ਜਿਵੇਂ ਅਸੀਂ ਥਰਡ ਪਾਰਟ ਦੇ ਵਿੱਚ NCF ਪੜ੍ਹਿਆ ਪੂਰਾ, ਹੁਣ ਅਸੀਂ ਪੜ੍ਹ ਰਹੇ ਹਾਂ ਫੁੱਲ ਫਾਰਮ, ਜੋ ਕਿ ਅਸੀਂ 15-16 ਕਰ ਲਈਆਂ, ਬੜੀਆਂ ਇੰਪੋਰਟੈਂਟ ਫੁੱਲ ਫਾਰਮ ਨੇ। ਮੈਨੂੰ ਲੱਗਦਾ ਇਹਨਾਂ ਦੇ ਵਿੱਚ ਹੀ ਕੋਈ ਐਗਜ਼ਾਮ ਦੇ ਵਿੱਚ ਤੁਹਾਨੂੰ ਆ ਜਾਣੀ ਹੈ। ਸੋ ਕਿਹੜਾ ਮੈਥਡ ਹੈਗਾ, 5ਵੀਂ ਵੀਡੀਓ ਫਿਰ ਮੈਂ ਤੁਹਾਨੂੰ ਉਸੇ ਤਰੀਕੇ ਨਾਲ ਲੈ ਕੇ ਆਉਂਗਾ ਬੇਸਡ ਔਨ ਯੂਅਰ ਕਮੈਂਟਸ। ਸੋ ਇਸ ਤੋਂ ਬਾਅਦ ਆਪਾਂ ਫੁੱਲ ਫਾਰਮ ਕਰ ਲੈਨੇ, ਇਹਦਾ ਤਾਂ ਆਪਸ਼ਨ B ਆਪਣਾ ਸਹੀ ਆਨਸਰ ਆ ਗਿਆ। ਇਹ ਤਿੰਨੋਂ ਦੀਆਂ ਤਿੰਨੋਂ ਫੁੱਲ ਫਾਰਮ ਜੀ ਪੇਪਰਾਂ 'ਚ ਆਈਆਂ ਹੋਈਆਂ ਨੇ, ਸਾਰੀ ਫੁੱਲ ਫਾਰਮ ਪੇਪਰਾਂ ਵਾਲੀ ਕਰਵਾ ਰਿਹਾ ਮੈਂ ਤੁਹਾਨੂੰ, ਕੋਈ ਵੀ ਜ਼ਿਆਦਾਤਰ ਆਪਣੇ ਕੋਲੋਂ ਨਹੀਂ ਬਣਾਈ। ਹਾਂ, ਇੱਕ AST ਜਾਂ ਇੱਕ ਦੋ ਹੋਰ ਬਣਾਈਆਂ ਨੇ ਜੋ ਕਿ ਐਕਸਪੈਕਟਡ ਨੇ ਪੇਪਰ ਦੇ ਲਈ, ਠੀਕ ਹੈ। ਅਗਰ ਉਹਨਾਂ ਨੇ ਨਵੀਆਂ ਪਾਉਣੀਆਂ ਹੋਣਗੀਆਂ ਤਾਂ ਪਹਿਲੀ ਹੈ ਜੀ CALP, ਕਾਲਪ ਜਿਹੜੀ ਹੈਗੀ ਹੈ ਇਹਦੀ ਫੁੱਲ ਫਾਰਮ ਹੁੰਦੀ ਹੈ ਕੋਗਨੀਟਿਵ, C ਫॉर ਕੋਗਨੀਟਿਵ, A ਅਕੈਡਮਿਕ, ਫਿਰ L ਦਾ ਮਤਲਬ ਲੈਂਗੁਏਜ, ਤੇ P ਦਾ ਮਤਲਬ ਪ੍ਰੋਫੀਸ਼ੀਐਂਸੀ। ਕੋਗਨੀਟਿਵ, ਅਕੈਡਮਿਕ, ਲੈਂਗੁਏਜ, ਪ੍ਰੋਫੀਸ਼ੀਐਂਸੀ ਦੀ ਫੁੱਲ ਫਾਰਮ ਆ ਗਈ। ਇੱਕ ਆਈਡੀਆ ਆ ਗਿਆ ਜੀ। ਸੋ ਜਿਹੜੀਆਂ ਜ਼ਿਆਦਾਤਰ I ਤੋਂ ਸ਼ੁਰੂ ਹੁੰਦੀਆਂ ਨਾ, ਇਹ ਜਾਂ ਤਾਂ ਇਨਕਲੂਸਿਵ ਐਜੂਕੇਸ਼ਨ ਨਾਲ ਰਿਲੇਟ ਕਰਦੀਆਂ ਨੇ, ਜਾਂ ਡਿਸੇਬਿਲਟੀ ਲਰਨਿੰਗ ਡਿਸੇਬਿਲਟੀ ਨਾਲ ਰਿਲੇਟ ਕਰਦੀਆਂ ਨੇ। ਜਿਵੇਂ ਆਈਡੀਆ ਹੈਗਾ ਜੀ ਇੰਡੀਵਿਜੂਅਲਸ ਵਿਦ ਡਿਸੇਬਿਲਟੀ ਐਜੂਕੇਸ਼ਨ ਐਕਟ। ਦੇਖੋ ਇਹ ਕੁਐਸਚਨ ਆਪਾਂ ਨੂੰ ਰੀਸੈਂਟ ਹੀ ਪੇਪਰ 'ਚ ਆਇਆ ਹੋਇਆ, ਤੁਹਾਨੂੰ ਸ਼ਾਇਦ ਮੈਂ ਦੱਸ ਦਿਆਂ ਕਿ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਆਪਸ਼ਨ ਆ ਦਿੱਤੀ ਸੀ ਜਿਹੜੀ ਮੈਂ ਲਿਖੀ ਹੈ, ਇੰਡੀਵਿਜੂਅਲਸ ਵਿਦ ਡਿਸੇਬਿਲਟੀ ਐਜੂਕੇਸ਼ਨ ਐਕਟ। ਇੱਕ ਉਹਨਾਂ ਨੇ ਆਪਸ਼ਨ ਦੇ ਰੱਖੀ ਸੀ ਇੰਡੀਵਿਜੂਅਲਸ ਵਿਦ ਡਿਸੇਬਿਲਟੀ ਐਜੂਕੇਸ਼ਨਲ ਐਕਟ। ਦੇਖੋ AL ਦੀ ਫਰਕ ਪਾਇਆ ਸੀ ਗੱਲਾਂ, ਪਰ ਤੁਸੀਂ ਯਾਦ ਰੱਖਣਾ ਇੱਥੇ ਐਜੂਕੇਸ਼ਨ ਹੈਗੀ। ਇਸ ਤੋਂ ਬਾਅਦ ਇੱਕ ਫੁੱਲ ਫਾਰਮ ਹੈ ਜੀ ICIDH। ICIDH ਇਹਦੀ ਆਪਾਂ ਫੁੱਲ ਫਾਰਮ ਦੇਖ ਲੈਂਦੇ ਹਾਂ, ਸਾਹਮਣੇ ਸਕਰੀਨ ਤੇ ਲਿਖੀ ਪਈ ਹੈ। तो ये आऊगी जी अपनी, I ਦਾ ਮਤਲਬ ਇੰਟਰਨੈਸ਼ਨਲ ਹੈ ਇੱਥੇ, C ਦਾ ਮਤਲਬ ਕਲਾਸੀਫਿਕੇਸ਼ਨ ਹੈ ਆਫ, ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ। ਅੱਗੇ 3 ਤਰ੍ਹਾਂ ਦੀ ਡਿਸੇਬਿਲਟੀ ਦੇਤੀ, ਇੱਕ ਇੰਪੇਅਰਮੈਂਟ ਦੇਤਾ, I ਦਾ ਮਤਲਬ ਇੰਪੇਅਰਮੈਂਟ,
ਇਹ ਤੇ ਆਪਣੀ ਵੀਡੀਓ ਪ੍ਰੋਪਰ ਬਣੀ ਹੋਈ ਹੈ ਲਰਨਿੰਗ ਇੰਪੇਅਰਮੈਂਟ ਤੇ। ਡੀ ਦਾ ਮਤਲਬ ਡਿਸੇਬਿਲਿਟੀਜ਼, ਇਹ ਤੇ ਵੀ ਵੀਡੀਓ ਬਣੀ ਹੋਈ ਹੈ। ਐਂਡ ਇੱਥੇ ਐਚ ਲਾਸਟ ਵਾਲੇ ਐਚ ਦਾ ਮਤਲਬ ਹੈਗਾ ਜੀ ਹੈਂਡੀਕੈਪਸ। ਸੋ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਇੰਪੇਅਰਮੈਂਟ, ਡਿਸੇਬਿਲਿਟੀਜ਼ ਐਂਡ ਹੈਂਡੀਕੈਪਸ, ਇਹਦੀ ਫੁੱਲ ਫਾਰਮ ਹੈਗੀ। ਸੋ ਇਹ ਵੀ ਪੇਪਰ ਦਾ ਕੁਐਸਚਨ ਹੈ। ਸੋ ਬਹੁਤ ਜ਼ਿਆਦਾ ਅਸੀਂ ਇੰਪੋਰਟੈਂਟ ਫੁੱਲ ਫਾਰਮ ਜਿਹੜੀਆਂ ਹੈਗੀਆਂ ਨੇ ਕਵਰ ਕਰ ਲਈਆਂ ਨੇ। ਨਾਲ ਦੀ ਨਾਲ ਅਸੀਂ 10 ਮੋਸਟ ਇੰਪੋਰਟੈਂਟ ਜੋ ਰਿਪੀਟ ਹੋ ਸਕਦੇ ਨੇ ਉਹ ਵਾਲੇ ਅਸੀਂ ਐਮਸੀਕਿਊ ਵੀ ਇੱਥੇ ਮਤਲਬ ਮੀਨਿੰਗਫੁਲ ਇੱਥੇ ਐਮਸੀਕਿਊ ਅਸੀਂ ਕਵਰ ਕੀਤੇ ਨੇ। ਸੋ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਇਸ ਫ੍ਰੀ ਐਜੂਕੇਸ਼ਨ ਨੂੰ ਕਾਈਂਡਲੀ ਕਿਰਪਾ ਕਰਕੇ ਆਪਣੇ ਵੱਧ ਤੋਂ ਵੱਧ ਦੋਸਤਾਂ ਤੱਕ, ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਪਹੁੰਚਾਓ, ਕਿਉਂਕਿ ਕੋਈ ਫੀਸ ਨਹੀਂ ਕਿਸੇ ਤੋਂ ਲਈ ਜਾ ਰਹੀ, ਜਸਟ ਜੋ ਇਹ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਫਸਟ ਟਾਈਮ ਔਨ ਦਾ YouTube। ਸੋ ਮੈਂ ਕਿਤੇ ਕਿਸੇ ਨੂੰ ਨਹੀਂ ਕਿਹਾ ਕਿ ਕੋਈ ਕੋਰਸ ਹੈਗਾ, ਜਸਟ ਮੈਂ ਆਪਣੀ ਇੱਛਾ ਦੇ ਨਾਲ ਇਹ ਵਾਲੀਆਂ ਚੀਜ਼ਾਂ ਜੋ ਹੈਗੀਆਂ ਕਰਵਾ ਰਿਹਾਗਾ। ਸੋ ਬਸ ਤੁਹਾਡੇ ਤੋਂ ਇੱਕ ਹੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਜੋ ਮੈਂ ਤੁਹਾਨੂੰ ਪੁੱਛਿਆਗਾ ਕਮੈਂਟਾਂ ਦੇ ਵਿੱਚ ਕਿ ਕਿਹੜਾ ਤਰੀਕਾ ਤੁਸੀਂ ਚਾਹੁੰਦੇ ਹੋ ਉਹ ਜਰੂਰ ਦੱਸੋ ਮੈਨੂੰ। ਤੇ ਤੁਹਾਡੇ 10 ਦੇ ਵਿੱਚੋਂ ਕਿੰਨੇ ਨੰਬਰ ਬਣੇ ਜੋ ਤੁਸੀਂ ਖੁਦ ਕਰ ਰਹੇ ਸੀ ਉਹ ਜਰੂਰ ਦੱਸੋ। ਸੋ 10 ਅਸੀਂ ਐਮਸੀਕਿਊ ਕੀਤੇ ਆ, ਐਟਲੀਸਟ 15-16 ਅਸੀਂ ਫੁੱਲ ਫਾਰਮ ਕਵਰ ਕਰ ਲਈਆਂ। ਸੋ ਇਨਫ ਸੀ ਜੀ ਅੱਜ ਦੀ ਕਲਾਸ ਦੇ ਵਿੱਚ। ਸੋ ਦੈਟਸ ਆਲ ਫॉर ਟੁਡੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।